ਚੈਲੰਜ ਕੀਤਾ ਤੁਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਹੀ ਦੁਬਾਰਾ। ਇਹ ਚੈਲੰਜ ਇੰਨੀ ਦੇਰ ਬਾਅਦ ਕਿਉਂ ਕੀਤਾ ਤੇ ਕਿਸ ਆਧਾਰ ਤੇ ਕੀਤਾ? ਇਹ ਚੈਲੰਜ ਸਰਕਾਰ ਨੇ ਕਰਨਾ ਸੀ, ਅਪੀਲ ਸਰਕਾਰ ਨੇ ਕਰਨੀ ਸੀ। ਜੋ ਉਸ ਦੇ ਵਿੱਚ ਸ਼ਬਦਾਵਲੀ ਸੀਗੀ ਉਹ ਗੈਰ ਸੰਵਿਧਾਨਿਕ ਸੀ। ਉਸ ਦੇ ਵਿੱਚ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਟਿੱਪਣੀਆਂ ਕੀਤੀਆਂ ਸੀਗੀਆਂ ਉਹ ਗੈਰ ਸੰਵਿਧਾਨਿਕ ਹੈ, ਇਹ ਕਹਿ ਰਹੇ ਹੋ? ਚੋਣ ਰਣਨੀਤੀਕਾਰ ਉਹ ਨੇ ਪ੍ਰਸ਼ਾਂਤ ਕਿਸ਼ੋਰ। ਤੁਸੀਂ ਇਹ ਕਹਿ ਰਹੇ ਹੋ ਕਿ ਅਕਾਲੀ ਦਲ ਨੂੰ ਜਾਂ ਕਿਸੇ ਪਾਰਟੀ ਦਾ ਨਾਂ ਲਵੋ ਉਹਨੂੰ ਕੋਈ ਰਾਹਤ ਦਿਵਾਉਣ ਦੇ ਵਿੱਚ ਉਸ ਚੋਣ ਰਣਨੀਤੀਕਾਰ ਦਾ ਵੀ ਰੋਲ ਸੀ? ਬਹੁਤ ਵੱਡਾ ਹੱਥ ਸੀਗਾ, ਉਸੇ ਦੇ ਤਹਿਤ ਹੋਇਆ ਸੀ ਕਿਉਂਕਿ ਇਹ ਇਲੈਕਸ਼ਨ ਉਹਨਾਂ ਨੇ ਰਲ ਮਿਲ ਕੇ ਲੜਨਾ। ਤੁਹਾਡੇ ਕੋਲੇ ਇਸ ਚੀਜ਼ ਦਾ ਕੋਈ ਸਬੂਤ ਅੱਜ ਵੀ ਹੈਗਾ ਜਾਂ ਕਦੇ ਲੈ ਕੇ ਆਓਗੇ ਜਾਂ ਇਹ ਸਿਰਫ ਪੋਲੀਟੀਕਲ ਐਲੀਗੇਸ਼ਨ? ਹਰ ਚੀਜ਼ ਸਾਡੇ ਕੋਲ ਮੌਜੂਦ ਹੈ, ਤਾਂ ਹੀ ਉਹ ਰਣਨੀਤੀਕਾਰ ਭੱਜ ਗਏ ਸੀ। ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੇ ਨੇ ਪੰਜਾਬ ਦੇ ਸਭ ਤੋਂ ਵੱਡੇ ਅਫਸਰ ਸੁਮੇਧ ਸਿੰਘ ਸੈਣੀ। ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖ ਰਹੇ ਹੋ? ਇਹ ਸੁਮੇਧ ਸੈਣੀ ਨੂੰ ਫਸਾਉਣ ਦੀ ਕੋਸ਼ਿਸ਼ ਹੈ ਕਿ ਬਚਾਉਣ ਦੀ ਕੋਸ਼ਿਸ਼ ਹੈ? ਮਾਨਯੋਗ ਸੀਐਮ ਸਾਹਿਬ ਦਾ ਸਟੇਟਮੈਂਟ ਆਇਆ ਸੀ, ਉਹ ਵੀ ਚਾਹੁੰਦੇ ਸੀ, ਲੇਕਿਨ ਉਸ ਸਰਕਾਰ ਦੇ ਵਿੱਚ ਇੱਕ ਕਾਰਨਰ ਹੈ ਜੋ ਉਹਨਾਂ ਦੀ ਵੀ ਗੱਲ ਨਹੀਂ ਸੁਣਦਾ। ਇਹ ਬੜੀ ਵੱਡੀ ਗੱਲ ਹੈ ਕੁੰਵਰ ਜੀ। ਮਤਲਬ ਵੱਡੀ ਗੱਲ ਹੈ, ਸਰਕਾਰ ਦੇ ਵਿੱਚ ਇੱਕ ਗਰੁੱਪ ਹੈ ਜੋ ਸੀਐਮ ਨੂੰ ਡੋਮੀਨੇਟ ਕਰਦਾ। ਸੀਐਮ ਨੂੰ ਡੋਮੀਨੇਟ ਕਰਦਾ ਕਿ ਅੰਮ੍ਰਿਤਸਰ ਨਾਰਥ ਹਲਕੇ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਕੈਂਡੀਡੇਟ ਬਣ ਚੁੱਕੇ ਨੇ ਜਾਂ ਬਣ ਜਾਂਦੇ ਨੇ। ਉਹਨਾਂ ਦੇ ਸਾਹਮਣੇ ਇੱਕ ਮੌਜੂਦਾ ਐਮਐਲਏ ਹੈ ਕਾਂਗਰਸ ਦਾ ਔਰ ਇੱਕ ਸਾਬਕਾ ਮੰਤਰੀ ਹੈ ਜਿਹੜਾ ਲੋਕਲ ਬਾਡੀਜ਼ ਮੰਤਰੀ ਰਿਹਾ, ਜਿਹਨੂੰ ਇਸ ਤਰ੍ਹਾਂ ਦੇ ਨਾਲ ਪੋਰਟਰੇ ਕੀਤਾ ਜਾ ਰਿਹਾ ਕਿ ਇਹ ਬਹੁਤ ਵਿਕਾਸ ਪੁਰਸ਼ ਹੈ, ਇਹਨਾਂ ਨੇ ਹਲਕੇ 'ਚ ਬਹੁਤ ਵਿਕਾਸ ਕਰਾਇਆ ਔਰ ਪੰਜਾਬ 'ਚ ਬਹੁਤ ਵਿਕਾਸ ਕਰਾਇਆ। ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਚੈਲੰਜ ਕਿੰਨਾ ਵੱਡਾ ਲੱਗਦਾ? ਜਿੱਥੇ ਤੱਕ ਤੁਸੀਂ ਵਿਕਾਸ ਦੀ ਗੱਲ ਕਰ ਰਹੇ ਹੋ, ਇਹ ਵਿਕਾਸ ਕੇਵਲ ਗਲੀਆਂ ਨਾਲੀਆਂ ਤੱਕ ਸੀਮਿਤ ਹੈ। ਤੇ 10% ਲਗਾ ਦਿਓ ਤੇ 90% ਖਾ ਲਓ ਤੇ ਦੁਬਈ ਦੇ ਵਿੱਚ ਕਨਾਡਾ ਦੇ ਵਿੱਚ ਹੋਟਲ ਬਣਾ ਲਓ ਔਰ ਫਲੈਟ ਲੈ ਲਓ, ਇਹ ਸਾਰਾ ਕੁਝ ਕਰ ਦਿਓ, ਇਹੀ ਵਿਕਾਸ ਹੁੰਦਾ ਹੈ। ਤੁਸੀਂ ਅਰਵਿੰਦ ਕੇਜਰੀਵਾਲ ਹੁਣਾਂ ਦੇ ਕਲੋਜ਼ ਲੀਡਰ ਮੰਨੇ ਜਾਂਦੇ ਹੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ, ਕਿਆ ਤੁਸੀਂ ਨਿੱਜੀ ਤੌਰ ਤੇ ਗੱਲ ਨਹੀਂ ਕਰਦੇ ਕਿ ਸਾਨੂੰ ਸੀਐਮ ਫੇਸ ਜਾਂ ਸੀਐਮ ਕੈਂਡੀਡੇਟ ਅਨਾਉਂਸ ਕਰ ਦੇਣਾ ਚਾਹੀਦਾ? ਜਿਸ ਦਿਨ ਕਾਂਗਰਸ ਪਾਰਟੀ ਐਲਾਨ ਕਰੇਗੀ ਉਸ ਦਿਨ ਅਸੀਂ ਵੀ ਕਰ ਦੇਵਾਂਗੇ। ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਨੇ। ਸਰ, ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਸਭ ਤੋਂ ਪਹਿਲਾਂ ਅਸੀਂ ਇਸੇ ਮਸਲੇ ਤੋਂ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ। ਚੈਲੰਜ ਕੀਤਾ ਤੁਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਹੀ ਦੁਬਾਰਾ। ਇਹ ਚੈਲੰਜ ਇੰਨੀ ਦੇਰ ਬਾਅਦ ਕਿਉਂ ਕੀਤਾ ਤੇ ਕਿਸ ਆਧਾਰ ਤੇ ਕੀਤਾ? ਇਹ ਦੇਖੋ, ਇਹ ਚੈਲੰਜ ਸਰਕਾਰ ਨੇ ਕਰਨਾ ਸੀ, ਅਪੀਲ ਸਰਕਾਰ ਨੇ ਕਰਨੀ ਸੀ। ਤਾਂ ਮੈਂ ਕਾਫੀ ਟਾਈਮ ਦਿੱਤਾ ਸੀ ਸਰਕਾਰ ਨੂੰ ਕਿ ਜੇਕਰ ਸਰਕਾਰ ਵੱਲੋਂ ਚੈਲੰਜ ਕੀਤਾ ਜਾਂਦਾ ਹੈ ਤਾਂ ਕੇਸ ਜ਼ਾਹਿਰ ਹੈ ਕਿ ਮਜ਼ਬੂਤ ਹੋਗਾ। ਲੇਕਿਨ ਸਰਕਾਰ ਨੇ ਜਦੋਂ ਨਹੀਂ ਚੈਲੰਜ ਕੀਤਾ ਉਸ ਆਰਡਰ ਨੂੰ, ਸਰਕਾਰ ਨੇ ਆਪਣੇ ਵੱਲੋਂ ਅਪੀਲ ਨਹੀਂ ਫਾਈਲ ਕੀਤੀ, ਤਾਂ ਜੋ ਲਾਸਟ ਡੇਟ ਸੀਗਾ ਜਿਸ ਡੇਟ ਨੂੰ ਮੈਂ ਆਪਣੇ ਵੱਲੋਂ ਚੈਲੰਜ ਕਰ ਸਕਦਾ ਸੀ, ਅਪੀਲ ਪਾ ਸਕਦਾ ਸੀ, ਉਸ ਡੇਟ ਨੂੰ ਮੈਂ ਅਪੀਲ ਪਾ ਦਿੱਤੀ ਸੀ, ਮੈਂ ਅਪੀਲ ਕਰ ਦਿੱਤੀ ਸੀ। ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਸਾਹਮਣੇ, ਜਿਸ ਨੂੰ ਡਿਵੀਜ਼ਨ ਬੈਂਚ ਕਿਹਾ ਜਾਂਦਾ ਹੈ, ਮੈਂ ਆਪਣੀ ਅਪੀਲ ਫਾਈਲ ਕਰ ਦਿੱਤੀ ਸੀ। ਇਸ ਦਾ ਇਹ ਮਕਸਦ ਸੀਗਾ ਕਿ ਜੋ ਆਰਡਰ ਆਇਆ ਸੀ 9 ਅਪ੍ਰੈਲ 2021 ਨੂੰ, ਉਹ ਆਰਡਰ ਜੋ ਸੀ ਉਸ ਦੇ ਨਾਲ ਚਲੋ ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ ਕਿ ਹਾਂ SIT ਦੇ ਵਿੱਚ ਕੋਈ ਰਹੇ ਜਾਂ ਨਾ ਰਹੇ, ਮੈਨੂੰ ਰੱਖਿਆ ਜਾਂਦਾ ਹੈ ਕਿ ਨਹੀਂ ਰੱਖਿਆ ਜਾਂਦਾ। ਜੋ ਉਸ ਦੇ ਵਿੱਚ ਸ਼ਬਦਾਵਲੀ ਸੀਗੀ ਉਹ ਗੈਰ ਸੰਵਿਧਾਨਿਕ ਸੀਗੀ। ਮੈਂ ਇਸੇ ਆਧਾਰ ਤੇ ਚੈਲੰਜ ਕੀਤਾ ਹਾਂ ਕਿ ਜੋ ਆਰਡਰ ਆਇਆ ਹੈ ਉਹ ਸੰਵਿਧਾਨ ਦੀਆਂ ਭਾਵਨਾਵਾਂ ਤੋਂ ਪਰੇ ਹੈ। ਤੇ ਰਿਪੋਰਟ ਜੋ ਹੈ ਉਹ ਫਰੀਦਕੋਟ ਦੀ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ ਹੈ ਤੇ ਜੋ ਮਤਲਬ ਫੈਸਲਾ ਆਇਆ ਉਹ ਚੰਡੀਗੜ੍ਹ ਤੋਂ ਆਇਆ। ਤੇ ਇਹ ਸਾਰਾ ਚੀਜ਼ ਜੋ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਮੈਂ ਇਸ ਨੂੰ ਮਤਲਬ ਚੈਲੰਜ ਕੀਤਾ ਹੋਇਆ ਹੈ। ਤੁਸੀਂ ਇਸ ਆਧਾਰ ਤੇ ਚੈਲੰਜ ਕੀਤਾ ਕਿ ਉਸ ਦੇ ਵਿੱਚ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਟਿੱਪਣੀਆਂ ਕੀਤੀਆਂ ਸੀਗੀਆਂ ਉਹ ਗੈਰ ਸੰਵਿਧਾਨਿਕ ਹੈ, ਇਹ ਕਹਿ ਰਹੇ ਹੋ? ਦੇਖੋ, ਦੋ ਚੀਜ਼ਾਂ ਨੇ। ਇੱਕ ਤਾਂ ਮੈਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦਾ। ਮੈਨੂੰ ਮੌਕਾ ਬਿਲਕੁਲ ਨਹੀਂ ਦਿੱਤਾ ਗਿਆ। ਨਾ ਸਰਕਾਰ ਦੇ ਵਕੀਲਾਂ ਨੇ ਮੈਨੂੰ ਸਾਹਮਣੇ ਪੇਸ਼ ਕਰਾਇਆ ਅਦਾਲਤ ਦੇ, ਨਾ ਮੇਰੇ ਵੱਲੋਂ ਉਹਨਾਂ ਨੇ ਕੋਈ ਪੈਰਵਾਈ ਕੀਤੀ। ਤੇ ਇੱਕ ਤਾਂ ਹੈ ਨਾ ਕਿ ਤੁਸੀਂ ਜਿਸ ਦੇ ਬਾਰੇ ਕੋਈ ਟਿੱਪਣੀ ਕਰ ਰਹੇ ਹੋ ਉਸ ਨੂੰ ਆਪਣੇ ਬਾਰੇ ਮਤਲਬ ਆਪਣਾ ਪੱਖ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਹ ਅਪੋਰਚੁਨਿਟੀ ਮੈਨੂੰ ਨਹੀਂ ਮਿਲੀ ਸੀ। ਦੂਸਰੀ, ਜੋ ਰਿਪੋਰਟ ਖਾਰਿਜ ਕੀਤੀ ਗਈ ਉਹ ਰਿਪੋਰਟ ਮੈਰਿਟ ਦੇ ਆਧਾਰ ਤੇ ਨਹੀਂ ਕੀਤੀ ਗਈ, ਕਿਉਂਕਿ ਠੀਕ ਹੈ ਮੈਂ ਸਹੀ ਵੀ ਹੋ ਸਕਦਾ ਹਾਂ, ਗਲਤ ਵੀ ਹੋ ਸਕਦਾ ਹਾਂ, ਮੇਰੀ ਸ਼ਕਲ ਕਿਸੇ ਨੂੰ ਪਸੰਦ ਹੈ, ਪਟੀਸ਼ਨਰ ਨੂੰ ਕਿਸੇ ਨੂੰ ਨਹੀਂ ਪਸੰਦ ਹੈ, ਲੇਕਿਨ ਜੋ ਮੇਰੇ ਵੱਲੋਂ ਰਿਪੋਰਟ ਦਿੱਤੀ ਗਈ ਹੈ ਉਹ ਚਲਾਨ ਦੇ ਰੂਪ ਦੇ ਵਿੱਚ ਹੈ, ਉਹ ਤੱਥਾਂ ਦੇ ਉੱਤੇ ਆਧਾਰਿਤ ਹੈ, ਉਹ ਐਵੀਡੈਂਸ ਜ਼ਿਲ੍ਹਾ ਅਦਾਲਤ ਦੇ ਵਿੱਚ ਹੈ, ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ। ਤਾਂ ਐਵੀਡੈਂਸ ਨੂੰ ਵੇਖੇ ਬਗੈਰ ਜੇਕਰ ਕੁਐਸ ਕੀਤਾ ਜਾਂਦਾ ਹੈ ਤਾਂ ਸਾਡੇ ਵਕੀਲ ਸਾਹਿਬਾਨ ਨੂੰ ਚਾਹੀਦਾ ਸੀ
ਕਿ ਉਹ ਐਵੀਡੈਂਸ ਨੂੰ ਜ਼ਰੂਰ ਮਾਨਯੋਗ ਹਾਈ ਕੋਰਟ ਦੇ ਵਿੱਚ ਲੈ ਕੇ ਜਾਂਦੇ, ਉੱਧਰੋਂ ਮੰਗਾ ਲੈਂਦੇ, ਕਿਉਂਕਿ ਮਾਨਯੋਗ ਹਾਈ ਕੋਰਟ ਨੂੰ ਪਾਵਰ ਹੈ ਕਿ ਜੋ ਵੀ ਐਵੀਡੈਂਸ ਦਿੱਤਾ ਗਿਆ ਹੈ ਐਵੀਡੈਂਸ ਉਧਰ ਚਲਾ ਜਾਂਦਾ। ਫਿਰ ਜਾ ਕੇ ਜੇਕਰ ਮੈਰਿਟ ਦੇ ਆਧਾਰ ਤੇ ਕੋਈ ਫੈਸਲਾ ਹੁੰਦਾ ਤਾਂ ਫਿਰ ਹੁਣ ਤੁਸੀਂ ਇਹ ਮੰਗ ਕੀਤੀ ਹੈ ਕਿ ਜੋ ਐਵੀਡੈਂਸ ਤੇ ਬਹਿਸ ਨਹੀਂ ਹੋਈ ਉਸ ਤੇ ਬਹਿਸ ਕਰਾਈ ਜਾਏ। ਨਹੀਂ, ਮੇਰੀ ਤਾਂ ਇਹੀ ਮੰਗ ਹੈ ਕਿ ਜੋ ਮੇਰੀ ਰਿਪੋਰਟ ਹੈ, एक्चुअली ट्रायल चल रहा सी, इन्वेस्टिगेशन कंप्लीट हो गया सी, इन्वेस्टिगेशन कंप्लीट हो गया सी। एक परिवार सीगा जो दोषी परिवार जिन्हों कहा जाता है, उन्होंने खिलाफ सिर्फ चलान देना रह गया सी, उन्होंने खिलाफ सबूत भी ज़्यादातर सबूत आ गए सीगे। तो इस करके एक 10वां चलान जिसकी असी गल करते हैं वो चलान ही देना सी। बाकी इन्वेस्टिगेशन मैं ऐलान भी कर चुकिया सी 15 मार्च ਨੂੰ कि ਸਾਡੇ ਵੱਲੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਗਿਆ ਹੈ। ਸਰਕਾਰ ਨੂੰ ਮੈਂ ਕਿਹਾ ਵੀ ਸੀ ਕਿ ਦੋਸ਼ੀ ਪਰਿਵਾਰ ਨੂੰ ਜੇਕਰ ਚਲਾਨ करना है ਜਾਂ नहीं करना है वो तुसी मैनू दस दो, मेरे वालों करवा सकते हो, किसी होर वालों करवा सकते हो। लेकिन जो अलायंस होया सी ना इस पार्टी का, जो कांग्रेस पार्टी दे कुछ लीडरां ने जो दोषी परिवार दे नाल अकाली दल दे ਜਿਹੜੇ दोषी व्यक्ति ਸੀਗੇ ਉਹਨਾਂ ਦੇ ਨਾਲ ਜੋ ਇੱਕ ਹਿਡਨ ਅਲਾਇੰਸ ਹੋ ਗਿਆ ਸੀ, ਉਸ ਅਲਾਇੰਸ ਦੇ ਤਹਿਤ ਇਹਨਾਂ ਨੇ ਸਾਰੀ ਕਾਰਵਾਈ ਕਰਵਾਈ। ਉਸ ਦੇ ਵਿੱਚ ਇੰਡੀਆ ਦੇ ਇੱਕ ਬਹੁਤ ਵੱਡੇ ਸਟ੍ਰੈਟਜਿਸਟ ਜੋ ਪੋਲੀਟੀਕਲ ਸਟ੍ਰੈਟਜਿਸਟ ਹੈ ਉਸ ਦਾ ਵੀ ਹੱਥ ਸੀਗਾ, ਕਿਉਂਕਿ ਜਿਸ ਦਿਨ ਮੰਨ ਲਓ ਇਹ ਰਿਪੋਰਟ ਕੁਐਸ ਹੋਈ ਹੈ, ਸਾਡੇ ਸਭ ਤੋਂ ਵੱਡੇ ਲਾਅ ਅਫਸਰ ਨੇ ਉਹ ਮੈਡੀਕਲ ਲੀਵ ਤੇ ਚਲੇ ਜਾਂਦੇ ਨੇ ਜੋ 4 ਸਾਲਾਂ ਤੱਕ ਕਦੇ ਵੀ ਨਹੀਂ ਗਏ। ਕੁਮਰ ਜੀ, ਇਹ ਬੜੀ ਦਿਲਚਸਪ ਚੀਜ਼ ਨੂੰ ਛੂ ਲਿਆ ਤੁਸੀਂ, ਬੜੀ ਦਿਲਚਸਪ ਚੀਜ਼ ਨੂੰ ਛੂ ਲਿਆ ਕਿ ਦੇਸ਼ ਦੇ ਬੜੇ ਵੱਡੇ ਪੋਲੀਟੀਕਲ ਸਟ੍ਰੈਟਜਿਸਟ ਉਹਨਾਂ ਦਾ ਰੋਲ ਇਸ ਦੇ ਵਿੱਚ ਹੈਗਾ ਸੀਗਾ। ਔਰ ਬਿਨਾਂ ਨਾਮ ਲਏ ਮੈਂ ਲੋਕੀ ਸਮਝਦੇ ਨੇ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡਾ ਚੋਣ ਰਣਨੀਤੀਕਾਰ ਕੌਣ ਹੈਗਾ, ਕਾਂਗਰਸ ਦੇ ਨਾਲ ਉਹ ਜੁੜਿਆ ਰਿਹਾ। ਤੁਸੀਂ ਇਹ ਕਹਿ ਰਹੇ ਹੋ ਕਿ ਅਕਾਲੀ ਦਲ ਨੂੰ ਜਾਂ ਕਿਸੇ ਪਰਿਵਾਰ ਦਾ ਅਗਰ ਤੁਸੀਂ ਨਾਂ ਲਵੋ ਜਾਂ ਕਿਸੇ ਪਾਰਟੀ ਦਾ ਨਾਂ ਲਵੋ, ਉਹਨੂੰ ਕੋਈ ਰਾਹਤ ਦਿਵਾਉਣ ਦੇ ਵਿੱਚ ਉਸ ਚੋਣ ਰਣਨੀਤੀਕਾਰ ਦਾ ਵੀ ਰੋਲ ਸੀ। ਬਹੁਤ ਵੱਡਾ ਹੱਥ ਸੀਗਾ, ਉਸੇ ਦੇ ਤਹਿਤ ਹੋਇਆ ਸੀ, ਕਿਉਂਕਿ ਇਹ ਇਲੈਕਸ਼ਨ ਉਹਨਾਂ ਨੇ ਰਲ ਮਿਲ ਕੇ ਲੜਨਾ ਸੀ। ਇਹ ਇਲੈਕਸ਼ਨ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੇ ਇੱਕ ਹਿਡਨ ਏਜੰਡੇ ਦੇ ਤਹਿਤ ਆਮ ਜਨਤਾ ਨੂੰ ਮੁਰਖ ਬਣਾ ਕੇ, ਮੁਰਖ ਹੀ ਮੈਂ ਕਹਾਂਗਾ ਕਿਉਂਕਿ ਪਬਲਿਕ ਨੂੰ ਇਹ ਮੁਰਖ ਸਮਝਦੇ ਨੇ ਕਿ ਪਬਲਿਕ ਮੁਰਖ ਹੈ, ਤੇ ਇਸ ਹਿਡਨ ਏਜੰਡੇ ਦੇ ਤਹਿਤ ਮਤਲਬ ਇਹ ਸਾਰਾ ਕੁਝ ਹੋਣਾ ਸੀ। ਵੋਟ ਟ੍ਰਾਂਸਫਰ ਦਾ ਮਸਲਾ ਸੀ ਕਿ ਇਹ ਸੀਟ ਤੋਂ ਤੁਸੀਂ ਆਪਣਾ ਜਿਤਵਾ ਲਓ ਜੀ, ਅਸੀਂ ਤੁਹਾਡੀ ਮਦਦ ਕਰ ਦਿੰਦੇ ਹਾਂ, 20 ਸੀਟ ਤੋਂ ਤੁਸੀਂ ਸਾਨੂੰ ਜਿਤਵਾ ਦਿਓ, ਤੁਸੀਂ ਸਾਡੀ ਮਦਦ ਕਰ ਦਿਓ। ਇੱਕ ਹਿਡਨ ਏਜੰਡਾ ਸੀ ਉਸ ਚੋਣ ਰਣਨੀਤੀਕਾਰ ਦਾ। ਇਹ ਉਹ ਬਣਾ ਰਹੇ ਸੀਗੇ, ਉਹ ਇਹਦੀ ਰਣਨੀਤੀ ਉਹ ਬਣਾ ਰਹੇ ਸੀ। ਇਸ ਰਣਨੀਤੀ ਦੇ ਤਹਿਤ ਉਸ ਦੋਸ਼ੀ ਪਰਿਵਾਰ ਨੂੰ ਰਾਹਤ ਦਿਲਵਾਈ ਗਈ, ਜੋ ਕਿ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਦਿਲਵਾਈ ਗਈ। ਕਿਉਂ? ਕਿਉਂਕਿ ਜੋ ਸੰਵਿਧਾਨ ਦੇ ਵਿੱਚ ਹੈ ਕਿ ਜਦੋਂ ਚਲਾਨ ਟੂ ਕੋਰਟ ਹੋ ਗਿਆ ਤਾਂ ਉਸ ਦਾ ਟ੍ਰਾਇਲ ਹੋਣਾ ਜ਼ਰੂਰੀ ਹੁੰਦਾ ਹੈ। ਬਗੈਰ ਟ੍ਰਾਇਲ ਕਿਸੇ ਨੂੰ ਬਰੀ ਕਰਾਇਆ ਜਾਂਦਾ ਹੈ ਤਾਂ ਸਾਫ਼ ਜ਼ਾਹਿਰ ਹੈ ਕਿ ਉਹਦੇ ਵਿੱਚ ਔਰ ਤੁਹਾਡਾ ਲਾਅ ਅਫਸਰ ਜੋ ਹੈ ਸਭ ਤੋਂ ਵੱਡਾ ਲਾਅ ਅਫਸਰ ਉਸ ਦਿਨ ਛੁੱਟੀ ਤੇ ਚਲਾ ਜਾਂਦਾ ਹੈ। ਇੱਕ ਦਿਨ ਪਹਿਲਾਂ ਵੀ ਮੈਂ ਸੀਨੀਅਰ ਅਫਸਰਾਂ ਨੂੰ ਜਾ ਕੇ ਸਾਰੀ ਗੱਲ ਦੱਸੀ ਸੀ ਕਿ ਇਹ ਕੰਮ ਜੋ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ, ਕਿਉਂਕਿ ਸਭ ਤੋਂ ਵੱਡੇ ਜਿਹੜੇ ਲਾਅ ਅਫਸਰ ਨੇ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਹੈ। ਜੇਕਰ ਕੋਈ ਬਿਮਾਰ ਪੈ ਗਿਆ ਤੁਸੀਂ ਡੇਟ ਲੈ ਲਓ ਤੇ ਅਗਲੇ ਡੇਟ ਤੇ ਤੁਸੀਂ ਪੈਰਵਾਈ ਕਰੋ। ਠੀਕ ਹੈ, ਇਹ ਗੱਲ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ, ਪਰ ਤੁਸੀਂ ਜਿਹੜੇ ਚੋਣ ਰਣਨੀਤੀਕਾਰ ਦੀ ਭੂਮਿਕਾ ਹੋਣ ਦਾ ਦਾਅਵਾ ਕਰ ਰਹੇ ਹੋ ਕਿ ਇਸ ਮਸਲੇ ਦੇ ਵਿੱਚ ਚੋਣ ਰਣਨੀਤੀਕਾਰ ਦੀ ਵੀ ਭੂਮਿਕਾ ਹੈਗੀ ਸੀ, ਤੁਹਾਡੇ ਕੋਲੇ ਇਸ ਚੀਜ਼ ਦਾ ਕੋਈ ਸਬੂਤ ਅੱਜ ਵੀ ਹੈਗਾ ਜਾਂ ਕਦੇ ਲੈ ਕੇ ਆਓਗੇ ਜਾਂ ਇਹ ਸਿਰਫ ਪੋਲੀਟੀਕਲ ਐਲੀਗੇਸ਼ਨ? ਇਸ ਚੀਜ਼ ਨੂੰ ਅਸੀਂ ਚੁਣਾਵ ਜਦੋਂ ਚੋਣ ਜਦੋਂ ਸ਼ੁਰੂ ਹੋਗਾ ਨਾ, ਤੁਸੀਂ ਦੇਖਣਾ ਪਰਤ ਦੇ ਨਾਲ ਪਰਤ ਅਸੀਂ ਸਾਹਮਣੇ ਰੱਖਾਂਗੇ। ਇਹ ਸਾਰਾ ਕੁਝ ਸਾਡੇ ਕੋਲ ਹੈ, ਅੱਜ ਨਹੀਂ ਦੱਸਾਂਗੇ। ਜੋ ਤੁਸੀਂ ਮੰਗ ਰਹੇ ਹੋ ਨਾ ਉਹ ਤੁਹਾਨੂੰ ਜ਼ਰੂਰ ਦੇਵਾਂਗੇ, ਲੇਕਿਨ ਸਮੇਂ ਆਉਣ ਤੇ ਦੇਵਾਂਗੇ। ਹਰ ਚੀਜ਼ ਸਾਡੇ ਕੋਲ ਮੌਜੂਦ ਹੈ, ਤਾਂ ਹੀ ਉਹ ਰਣਨੀਤੀਕਾਰ ਭੱਜ ਗਏ ਇੱਥੋਂ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਰਣਨੀਤੀਕਾਰ ਦੇਖੋ ਸਭ ਤੋਂ ਵੱਡਾ ਰਣਨੀਤੀਕਾਰ ਉੱਪਰ ਬੈਠਾ ਹੋਇਆ ਹੈ, ਸਭ ਤੋਂ ਵੱਡਾ ਉੱਪਰ ਬੈਠਾ ਹੋਇਆ ਹੈ, ਤਾਂ ਉਸ ਦੇ ਸਾਹਮਣੇ ਕਿਸੇ ਦੀ ਰਣਨੀਤੀ ਨਹੀਂ ਚੱਲਦੀ ਹੈ। ਇਸ ਕਰਕੇ ਉਹ ਬੰਦਾ ਭੱਜ ਗਿਆ, ਦੇਖ ਲਿਆ ਕਿ ਇੱਥੇ ਦਾਲ ਨਹੀਂ ਗਲਣੀ ਹੈ, ਉਹਦੀ ਰਣਨੀਤੀ ਨਹੀਂ ਚੱਲਣੀ ਹੈ, ਤੇ ਇਸ ਕਰਕੇ ਉਹ ਬੰਦਾ ਭੱਜ ਗਿਆ। ਤੱਥਾਂ ਦੇ ਨਾਲ ਲੈ ਕੇ ਆਓਗੇ ਸਾਹਮਣੇ? ਸਾਰਾ ਕੁਝ ਲੈ ਕੇ ਆਉਂਗਾ ਜੀ, ਸਾਰਾ ਕੁਝ ਦੁਨੀਆ ਦੇਖੇਗੀ। ਦੇਖੋ ਦੁਨੀਆ ਦੇਖੇਗੀ ਤੇ ਡੈਮੋਕ੍ਰੇਸੀ ਕਲੀਨ ਹੋਗੀ। ਇੰਡੀਆ ਦੀ ਡੈਮੋਕ੍ਰੇਸੀ ਜੋ ਹੈ ਨਾ, ਇੰਡੀਆ ਸਭ ਤੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਹੈ ਦੁਨੀਆ ਦੇ ਵਿੱਚ, ਤੇ ਉਹ ਕਲੀਨ ਹੋਗਾ। ਤੁਸੀਂ ਦੇਖ ਰਹੇ ਹੋ ਅੱਜ ਇਹਨਾਂ ਨੇ ਪਬਲਿਕ ਨੂੰ ਮੁਰਖ ਬਣਾਇਆ ਹੋਇਆ ਹੈ। ਸਾਰਾ ਕੁਝ ਇਸ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਕਿ ਜਨਤਾ ਦਾ ਇੱਕ ਦਿਨ ਦਾ ਕੰਮ ਹੈ, ਸਿਰਫ ਇੱਕ ਦਿਨ ਵਾਸਤੇ ਠੱਪਾ ਲਗਵਾ ਲਓ, ਬਸ ਬਟਨ ਦਬਵਾ ਲਓ ਇੱਕ ਦਿਨ ਵਾਸਤੇ, ਬਾਕੀ ਸਾਰਾ ਕੁਝ ਮਤਲਬ ਉਹ ਆਪੇ ਇਹ ਕਰਨਗੇ। ਤੁਸੀਂ ਜਿਹੜੇ ਚੋਣ ਰਣਨੀਤੀਕਾਰ ਉਹ ਨੇ ਪ੍ਰਸ਼ਾਂਤ ਕਿਸ਼ੋਰ, ਮੈਂ ਉਹਨਾਂ ਦਾ ਨਾਮ ਲੈ ਲੈਣਾ ਇੱਕ ਵਾਰੀ, ਤੁਹਾਡੀ ਕਦੇ ਗੱਲ ਹੋਈ ਪ੍ਰਸ਼ਾਂਤ ਕਿਸ਼ੋਰ ਦੇ ਨਾਲ? ਚਲੋ ਮਿਲਦੇ ਰਹੇ ਨੇ, ਮੀਟਿੰਗਾਂ ਦੇ ਵਿੱਚ ਮੁਲਾਕਾਤ ਹੁੰਦੀ ਰਹੀ ਹੈ, ਲੇਕਿਨ ਮੈਂ ਉਹਨਾਂ ਦੇ ਬਾਰੇ ਕੋਈ ਟਿੱਪਣੀ, ਤੁਸੀਂ ਨਾਂ ਲੈ ਰਹੇ ਹੋ, ਮੈਂ ਕੋਈ ਟਿੱਪਣੀ ਨਹੀਂ ਕਰਦਾ ਹਾਂ। ਲੇਕਿਨ ਮੁਲਾਕਾਤ ਪਹਿਲਾਂ ਹੁੰਦੀ ਰਹੀ ਹੈ ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ। ਪਰ ਜਦੋਂ ਇਹ ਸਾਰਾ ਕੁਝ ਘਟਨਾਕ੍ਰਮ ਚੱਲ ਰਿਹਾ ਸੀਗਾ, ਜਦੋਂ ਰਣਨੀਤੀ ਬਣ ਰਹੀ ਸੀ ਜਾਂ ਇਸ ਤੇ ਅਗਰ ਜੇ ਕੁਝ ਡਿਸਕਸ ਹੋਇਆ, ਕਿਆ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਹੈ?
ਕਿ ਇੱਥੇ ਮੈਂ ਭਾਂਡਾ ਫੋੜ ਦੂੰਗਾ, ਇੱਥੇ ਮੈਂ ਤੱਥ ਬਾਹਰ ਲੈ ਆਉਂਗਾ? हर चीज इस वेले मैं मीडिया के सामने नहीं दसांगा, लेकिन समय आउन तो मैं जरूर दसांगा, हर चीज दसांगा, क्योंकि जनता नू हर चीज जानने का अधिकार है। बिल्कुल पर्दे दे पीछे ਇਹ ਸਵਾਲ ਮੈਂ ਕੁਮਰ ਜੀ ਇਸ ਲਈ ਕਰ ਰਿਹਾ, ਇਹ ਸਵਾਲ ਮੈਂ ਹੁੰਦਾ ਹੈ, ਇਹ ਸਵਾਲ ਮੈਂ ਕੁਮਰ ਜੀ ਤੁਹਾਨੂੰ ਇਸ ਲਈ ਕਰ ਰਿਹਾ, ਤੁਸੀਂ ਪਹਿਲਾਂ ਸਵਾਲ ਸੁਣ ਲਓ। नहीं मेरी ਤੁਸੀਂ ਮੇਰਾ ਸਵਾਲ ਸੁਣ ਲਿਓ। मेरा जवाब पूरा हो लो। पर्दे दे पीछे डेमोक्रेसी दे विच की ਹੁੰਦਾ है, ਇਹ ਜਨਤਾ ਨੂੰ ਜਾਣਨ ਦਾ ਅਧਿਕਾਰ ਹੁੰਦਾ ਹੈ। ਤਾਂ ਹਰ ਚੀਜ਼ ਜਨਤਾ ਦੇ ਸਾਹਮਣੇ ਆਏਗਾ, ਤੁਸੀਂ ਚਿੰਤਾ ਬਿਲਕੁਲ ਨਾ ਕਰੋ, ਤੁਹਾਨੂੰ ਹਰ ਚੀਜ਼ ਅਸੀਂ ਦੇਵਾਂਗੇ। ਜਿਸ ਸਮੇਂ ਅਸੀਂ ਪਿਛਲਾ ਇੰਟਰਵਿਊ ਕੀਤਾ ਸੀਗਾ, ਤੁਸੀਂ ਉਦੋਂ ਕਿਹਾ ਸੀ ਕਿ ਮੈਂ ਐਚਐਸ ਫੂਲਕਾ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਹੁਣ ਜ਼ਿਆਦਾ ਕੁਝ ਬੋਲੇ ਤੇ ਮੈਂ ਬਹੁਤ ਕੁਝ ਬੋਲਾਂਗਾ, ਔਰ ਫੂਲਕਾ ਚੁੱਪ ਕਰਕੇ। ਹੁਣ ਇਸੇ ਲਈ ਮੈਂ ਇਸੇ ਨਾਲ ਜੋੜ ਕੇ ਸਵਾਲ ਕਰ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਫੋਨ ਕਰਕੇ ਕਿਹਾ ਕਿ ਜੇ ਇਸ ਮਸਲੇ ਤੇ ਕੋਈ ਰਣਨੀਤੀ ਬਣਾਈ ਤੇ ਮੈਂ ਬਹੁਤ ਕੁਝ ਲਿਆਉਂਗਾ। ਮੇਰਾ ਉਹਨਾਂ ਦੇ ਨਾਲ ਬਹੁਤ ਰਾਬਤਾ ਨਹੀਂ ਰਿਹਾ ਹੈ, ਲੇਕਿਨ ਦੇਖੋ ਮੀਟਿੰਗਾਂ ਦੇ ਵਿੱਚ ਮੁਲਾਕਾਤ ਜ਼ਰੂਰ ਹੁੰਦੀ ਰਹੀ ਹੈ, ਕਿਉਂਕਿ ਉਹ ਸਰਕਾਰੀ ਮਤਲਬ ਉਹ ਸੀਗੇ, ਕੇਵਲ ਰਣਨੀਤਿਕਾਰ ਨਹੀਂ। ਤੁਹਾਨੂੰ ਉਹਨਾਂ ਨੇ ਕਦੇ ਨਹੀਂ ਕਿਹਾ ਕਾਂਗਰਸ ਚ ਆਓ? ਨਹੀਂ, ਦੇਖੋ ਉਹ ਸਰਕਾਰ ਦੇ ਮਤਲਬ ਐਡਵਾਈਜ਼ਰ ਸੀਗੇ, ਐਡਵਾਈਜ਼ਰ ਦੇ ਰੂਪ ਦੇ ਵਿੱਚ ਮੁਲਾਕਾਤ ਹੁੰਦੀ ਰਹੀ ਹੈ, ਠੀਕ ਹੈ। ਤੇ ਮੈਂ ਦੇਖੋ ਕਿਸੇ ਦੇ ਮਤਲਬ ਕੋਈ ਮਤਲਬ ਕਿਸੇ ਦੇ ਉਂਗਲੀ ਤੇ ਮਤਲਬ ਮੈਂ ਨਹੀਂ ਉਹ ਕਰ ਸਕਦਾ। ਨਹੀਂ, ਹੁਣ ਤੁਸੀਂ ਰਾਜਨੀਤੀ ਚ ਉਂਗਲੀ ਕਿਤੇ ਤੇ ਕਰਨੀ ਪਏਗੀ, ਨਹੀਂ, ਔਰ ਜਦੋਂ ਐਡੇ ਵੱਡੇ ਮੁੱਦੇ ਦੇ ਨਾਲ ਜੁੜੇ ਹੋਏ ਹੋ ਕੁਮਰ ਜੀ, ਕਿ ਜੋ ਮੈਨੂੰ ਬੋਲ ਦੇਵੇ ਕਿ ਹਾਂ ਤੁਸੀਂ ਇੱਧਰ ਆਓ ਉੱਧਰ ਆਓ, ਮੇਰਾ ਆਪਣਾ ਨਿੱਜੀ ਫੈਸਲਾ ਹੈ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਕੋਈ ਗੱਲ। ਪਰ ਇਹ ਦੂਸਰੀ ਚੀਜ਼ ਮੈਂ ਤੁਹਾਨੂੰ ਤੁਹਾਡੇ ਇਸੇ ਹਾਈ ਕੋਰਟ ਵਾਲੇ ਮਸਲੇ ਨਾਲ ਜੋੜ ਕੇ ਇੱਕ ਹੋਰ ਸਵਾਲ ਕਰਨਾ ਚਾਹੁੰਦਾ। ਜਿਹੜੀ ਤੁਸੀਂ ਹੁਣ ਇਸ ਤੇ ਅਪੀਲ ਕੀਤੀ ਹੈ, ਬਹੁਤ ਸਾਰੇ ਤੁਹਾਡੇ ਬਾਰੇ ਵੀ ਕੁਝ ਸ਼ਬਦ ਉਸ ਰਿਪੋਰਟ ਦੇ ਵਿੱਚ, ਉਸ ਆਰਡਰ ਦੇ ਵਿੱਚ ਬਹੁਤ ਜ਼ਿਆਦਾ ਸ਼ਬਦ ਪਟੀਸ਼ਨ ਦੇ ਵਿੱਚ ਨਹੀਂ ਹੈ, ਉਹ ਸਾਰਾ ਚੀਜ਼ ਵੀ ਉਹਦੇ ਵਿੱਚ ਲਿਖਿਆ ਹੋਇਆ। ਨਹੀਂ, ਮੈਂ ਕੁਮਰ ਜੀ ਇੱਕ ਹੋਰ ਚੀਜ਼ ਤੁਹਾਨੂੰ ਪੁੱਛਣ ਲੱਗਾ, ਦੇ ਵਿੱਚ ਨਹੀਂ ਹੈ ਨਾ ਉਹ ਸਾਰੀ ਚੀਜ਼, ਬਹੁਤ ਸਾਰੀ ਚੀਜ਼ ਲਿਖੀ ਹੋਈ। ਮੈਂ ਇਹੀ ਕਹਿ ਰਿਹਾ, ਨਾ ਹੀ ਉਸ ਚੀਜ਼ ਦੇ ਉੱਤੇ ਤੁਹਾਡੇ ਬਾਰੇ ਉਸ ਹਾਈ ਕੋਰਟ ਦੇ ਆਰਡਰ ਦੇ ਵਿੱਚ ਬਹੁਤ ਸਾਰੇ ਸ਼ਬਦ ਲਿਖੇ ਗਏ ਸੀ। ਕੀ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਸ਼ਬਦ ਐਕਸਪੰਜ ਕਰਾਉਣਾ ਚਾਹੁੰਦੇ ਨੇ ਜਾਂ ਕੀ ਚਾਹੁੰਦੇ ਨੇ? ਕੰਪਲੀਟ ਉਸ ਆਰਡਰ ਨੂੰ ਮੈਂ ਇਹ ਚਾਹੁੰਦਾ ਹਾਂ ਕਿ ਉਹ ਆਰਡਰ ਕੁਐਸ ਹੋਵੇ, लेकिन वो चूँकि मतलब सब जुडिस मैटर है, इस करके ਅਸੀਂ ਇਸ ਦੇ ਉੱਤੇ ਬਹੁਤ ਜ਼ਿਆਦਾ ਡਿਸਕਸ ਨਹੀਂ ਕਰਾਂਗੇ, ਬਹੁਤ ਛੇਤੀ ਉਸ ਦੇ ਉੱਤੇ ਸੁਣਵਾਈ ਹੋ ਸਕਦੀ ਹੈ, ਇਸ ਕਰਕੇ ਉਹਦੇ ਉੱਤੇ ਅਸੀਂ ਮਤਲਬ ਨਹੀਂ ਕਰਾਂਗੇ। ਸਰਕਾਰ ਵੱਲੋਂ ਵੀ ਉਸ ਤੋਂ ਬਾਅਦ ਹੁਣੇ ਮੈਨੂੰ ਪਤਾ ਲੱਗਿਆ ਹੈ ਕਿ 2 ਦਿਨ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ SLP ਵੀ ਫਾਈਲ ਕੀਤੀ ਗਈ ਹੈ, ਲੇਕਿਨ ਜੋ ਮੇਰੇ ਵੱਲੋਂ ਅਪੀਲ ਕੀਤੀ ਗਈ ਹੈ ਉਹ ਮੈਟਰ ਹੁਣ ਸਬ ਜੁਡਾਈਸ ਹੈ, ਇਸ ਕਰਕੇ ਮੈਂ ਨਹੀਂ ਚਾਹੁੰਦਾ ਹਾਂ ਕਿ ਉਸ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਕੋਈ ਵੀ ਚੀਜ਼ ਡਿਸਕਸ ਕੀਤਾ ਜਾਵੇ। ਵਾ ਲੈਣ ਦਿਓ। ਦੇਖੋ ਮੇਰੀ ਇਹੀ ਰਿਕੁਐਸਟ ਹੈ ਉਹਦੇ ਵਿੱਚ, ਅਪੀਲ ਦੇ ਵਿੱਚ, ਕਿ ਜੋ ਆਰਡਰ ਹੈ ਆਰਡਰ ਇਨ ਟੋਟੋ ਮਤਲਬ ਕੰਪਲੀਟ ਰੂਪ ਦੇ ਵਿੱਚ ਉਸ ਨੂੰ ਕੁਐਸ ਕੀਤਾ ਜਾਵੇ, ਇਹੀ ਮੇਰੀ ਅਪੀਲ ਹੈ, ਇਹੀ ਮੇਰੀ ਬੇਨਤੀ ਹੈ। ਤੇ ਜੋ ਰਿਪੋਰਟ ਮੇਰੇ ਵੱਲੋਂ ਮਾਨਯੋਗ ਸੈਸ਼ਨ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ, ਉਸ ਰਿਪੋਰਟ ਦੇ ਆਧਾਰ ਤੇ ਦੁਬਾਰਾ ਟ੍ਰਾਇਲ ਸ਼ੁਰੂ ਹੋਵੇ ਤਾਂ ਜੋ ਆਮ ਪਬਲਿਕ ਨੂੰ ਇਨਸਾਫ ਮਿਲ ਸਕੇ। ਇਸ ਤੋਂ ਇਲਾਵਾ ਮਤਲਬ ਇਸ ਤੋਂ ਜ਼ਿਆਦਾ ਮੈਂ ਨਹੀਂ ਚਾਹੁੰਦਾ ਹਾਂ ਕਿ ਉਸ ਦੇ ਉੱਤੇ ਕੋਈ ਮਤਲਬ ਗੱਲ ਕੀਤੀ ਜਾਏ। ਠੀਕ ਹੈ, ਅਗਲੀ ਗੱਲ ਕਰ ਲੈਂਦੇ। ਅੰਮ੍ਰਿਤਸਰ ਨਾਰਥ ਕੌਂਸਟੀਚੁਐਂਸੀ ਚੋਂ, ਅੰਮ੍ਰਿਤਸਰ ਨਾਰਥ ਹਲਕੇ ਚੋਂ, ਚਾਹੇ ਤੁਸੀਂ ਆਪਣੀ ਜ਼ੁਬਾਨ ਤੋਂ ਕੁਝ ਨਹੀਂ ਬੋਲਦੇ, ਪਰ ਲੋਕ ਕਹਿੰਦੇ ਨੇ ਕਿ ਅੰਮ੍ਰਿਤਸਰ ਨਾਰਥ ਹਲਕੇ ਦੇ ਲੋਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚਾਹੁੰਦੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਨਾਰਥ ਹਲਕੇ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਹੁਣ ਕੀ ਲੱਗ ਰਿਹਾ, ਸਿਆਸੀ ਸਥਿਤੀਆਂ ਬਹੁਤ ਜਲਦੀ ਬਦਲ ਜਾਂਦੀਆਂ ਹੁੰਦੀਆਂ ਲੀਡਰਾਂ ਦੇ ਨਾਲ? ਦੇਖੋ, ਸਭ ਤੋਂ ਪਹਿਲਾਂ ਦੇਖੋ, ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਲੀਡਰ ਨੂੰ ਉਹ ਉਹਨਾਂ ਦਾ ਪ੍ਰੈਰੋਗੇਟਿਵ ਹੁੰਦਾ ਹੈ, ਉਹ ਕਿਸ ਲੀਡਰ ਨੂੰ ਕਿੱਥੋਂ ਖੜੇ ਕਰਾਉਂਦੇ ਨੇ ਜਾਂ ਕੋਈ ਲੀਡਰ ਕਿੱਥੋਂ ਖੜਾ ਹੁੰਦਾ ਹੈ, ਉਹ ਹਰ ਵਿਅਕਤੀ ਦਾ ਆਪਣਾ ਹੁੰਦਾ ਹੈ, ਠੀਕ ਹੈ ਕਿ ਨਹੀਂ। ਕੋਈ ਵਿਅਕਤੀ ਬੀਜੇਪੀ ਛੱਡ ਕੇ ਮੰਨ ਲਓ ਅਕਾਲੀ ਦਲ ਦੇ ਵਿੱਚ ਆ ਰਿਹਾ ਹੈ, ਉਹ ਇੱਕੋ ਪਾਰਟੀ ਸੀਗੀ ਪਹਿਲਾਂ, ਲੀਡਰ ਵੀ ਇੱਕੋ ਸੀਗੇ, ਕੋਈ ਥੋੜਾ ਚੋਣ ਨਿਸ਼ਾਨ ਦਾ ਫਰਕ ਸੀਗਾ। ਹੁਣ ਮਤਲਬ ਭਰਾ ਆਪਸ ਦੇ ਵਿੱਚ ਮਿਲ ਗਏ, 2 ਭਰਾ ਜੇਕਰ ਆਪਸ ਦੇ ਵਿੱਚ ਮਿਲ ਗਏ ਕੋਈ ਫਰਕ ਨਹੀਂ ਪੈਂਦਾ ਹੈ। ਪਹਿਲਾਂ ਵੀ ਇੱਕ ਸੀਗੇ, ਹੁਣ ਵੀ ਇੱਕ ਨੇ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਪਹਿਲਾਂ ਚੋਣ ਨਿਸ਼ਾਨ ਵੱਖਰਾ ਸੀਗਾ, ਹੁਣ ਚੋਣ ਨਿਸ਼ਾਨ ਇੱਕ ਹੋ ਗਿਆ। ਉਹਦੇ ਵਿੱਚ ਦੇਖੋ ਮੈਂ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ। ਚੋਣ ਨਿਸ਼ਾਨ ਇੱਕ ਹੋਣ ਦਾ ਕੀ ਮਤਲਬ ਹੈ? ਸਾਡੀ ਸਮਝ 'ਚ ਤੇ ਅਜੇ ਵੀ ਚੋਣ ਨਿਸ਼ਾਨ ਵੱਖਰੇ, ਇੱਕ ਕਮਲ ਦਾ ਫੁੱਲ, ਇੱਕ ਤਕੜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਕਮਲ ਦਾ ਫੁੱਲ ਸੀਗਾ, ਕੋਈ ਮੰਨ ਲਓ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਲੜਦਾ ਸੀ, ਹੁਣ ਆਪਣੇ ਚੋਣ ਨਿਸ਼ਾਨ ਤੇ ਉਹਨੂੰ ਮਤਲਬ ਜ਼ਿਆਦਾ ਵਧੀਆ ਲੱਗੂਗਾ। ਜਦੋਂ ਤਕੜੀ ਛਾਪ ਤੇ ਲੜੂਗਾ ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈ। ਅਗਲਾ ਉਹ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਲੜਦਾ ਹੈ ਕਿ ਅਗਲਾ ਤਕੜੀ ਦੇ ਨਿਸ਼ਾਨ ਤੇ ਲੜਦਾ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਮਤਲਬ ਸਿਆਸੀ ਬਿਆਨ 90 ਤੁਲੇ ਦੇਣੇ ਸਿੱਖ ਗਏ ਬਹੁਤ ਚੰਗੀ ਤਰ੍ਹਾਂ। ਅੱਧੀ ਗੱਲ ਕਹਿ ਦਿਓ, ਅੱਧੀ ਰੱਖ ਲਓ, ਲੋਕਾਂ ਨੂੰ ਸਮਝਣ ਦਿਓ। ਮੈਂ ਸੱਚਾਈ ਬੋਲਦਾ ਹਾਂ, ਜਿੱਥੇ ਤੱਕ ਮੇਰੀ ਗੱਲ ਹੈ। ਦੇਖੋ, ਮੈਂ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨਾ ਹੈ, ਅੰਮ੍ਰਿਤਸਰ ਦੀ ਕਿਸ ਸੀਟ ਤੋਂ ਲੜਨਾ ਹੈ ਇਸ ਦਾ ਫੈਸਲਾ ਤਾਂ ਪਾਰਟੀ ਨੇ ਕਰਨਾ ਹੈ ਤੇ ਅੰਮ੍ਰਿਤਸਰ ਦੇ ਲੋਕਾਂ ਨੇ ਕਰਨਾ, ਠੀਕ ਹੈ ਕਿ ਨਹੀਂ। ਲੇਕਿਨ ਲੜਨਾ ਮੈਨੂੰ ਅੰਮ੍ਰਿਤਸਰ ਤੋਂ ਹੀ ਹੈ।
मैं ਭਾਵੇਂ ਮੰਨ ਲਓ ਜੇ ਮੰਨ ਲਓ ਪੂਰੀ ਗੱਲ ਕੁੰਵਰ ਜੀ ਤੁਸੀਂ ਪਹਿਲੇ ਸਵਾਲ ਸੁਣ ਲਿਆ ਕਰੋ, ਤੁਸੀਂ ਜਵਾਬ ਪਹਿਲੇ ਦੇ ਦਿੰਦੇ। ਮੇਰੀ ਗੱਲ ਤੁਸੀਂ ਇਹ ਸੁਣ, ਮੰਨ ਲਓ ਕਿ ਅੰਮ੍ਰਿਤਸਰ ਨਾਰਥ ਹਲਕੇ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਕੈਂਡੀਡੇਟ ਬਣ ਚੁੱਕੇ ਨੇ ਜਾਂ ਬਣ ਜਾਂਦੇ ਨੇ, ਉਹਨਾਂ ਦੇ ਸਾਹਮਣੇ ਇੱਕ ਮੌਜੂਦਾ ਐਮਐਲਏ ਆ ਕਾਂਗਰਸ ਦਾ ਔਰ ਇੱਕ ਸਾਬਕਾ ਮੰਤਰੀ ਹੈ ਜਿਹੜਾ ਲੋਕਲ ਬਾਡੀਜ਼ ਮੰਤਰੀ ਰਿਹਾ, ਜਿਹਨੂੰ ਇਸ ਤਰ੍ਹਾਂ ਦੇ ਨਾਲ ਪੋਰਟਰੇ ਕੀਤਾ ਜਾ ਰਿਹਾ ਕਿ ਇਹ ਬਹੁਤ ਵਿਕਾਸ ਪੁਰਸ਼ ਹੈ, ਇਹਨਾਂ ਨੇ ਹਲਕੇ 'ਚ ਬਹੁਤ ਵਿਕਾਸ ਕਰਾਇਆ ਔਰ ਪੰਜਾਬ 'ਚ ਬਹੁਤ ਵਿਕਾਸ ਕਰਾਇਆ। ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਚੈਲੰਜ ਕਿੰਨਾ ਵੱਡਾ ਲੱਗਦਾ? ਜਿੱਥੇ ਤੱਕ ਤੁਸੀਂ ਵਿਕਾਸ ਦੀ ਗੱਲ ਕਰ ਰਹੇ ਹੋ, ਇਹ ਵਿਕਾਸ ਕੇਵਲ ਗਲੀਆਂ ਨਾਲੀਆਂ ਤੱਕ ਸੀਮਿਤ ਹੈ ਤੇ 10% ਲਗਾ ਦਿਓ ਤੇ 90% ਖਾ ਲਓ ਤੇ ਦੁਬਈ ਦੇ ਵਿੱਚ ਕਨਾਡਾ ਦੇ ਵਿੱਚ ਹੋਟਲ ਬਣਾ ਲਓ ਔਰ ਫਲੈਟ ਲੈ ਲਓ, ਇਹ ਸਾਰਾ ਕੁਝ ਕਰ ਦਿਓ, ਇਹੀ ਵਿਕਾਸ ਹੁੰਦਾ ਹੈ। ਕਿੰਨੇ ਬਣਾਇਆ ਦੁਬਈ 'ਚ ਹੋਟਲ? ਸਾਰਿਆਂ ਨੇ ਇਹ ਸਭ ਕੁਝ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ FIR ਦਰਜ ਕਰਾਂਗੇ, ਅਸੀਂ ਅੰਦਰ ਕਰਾਂਗੇ, ਲੇਕਿਨ ਇਹ ਸਾਰਾ ਵਾਈਟ ਪੇਪਰ ਜਨਤਾ ਦੇ ਸਾਹਮਣੇ ਰੱਖ ਦੇਵਾਂਗੇ ਕਿ ਦੇਖ ਲਓ ਇਹ ਤੁਹਾਡਾ ਪੈਸਾ ਸੀ। ਲੋਕੀ ਦੇਖੋ ਕੋਈ ਟਾਈਲ ਲਗਾਉਂਦਾ ਹੈ, ਦੇਖੋ ਜਦੋਂ ਗਲੋਬਲ ਵਾਰਮਿੰਗ ਦਾ ਜ਼ਮਾਨਾ ਹੈ ਜੀ, ਪੂਰੀ ਦੁਨੀਆ ਦੇ ਵਿੱਚ ਗਲੋਬਲ ਵਾਰਮਿੰਗ ਹੋ ਰਹੀ ਹੈ, ਅਸੀਂ ਗ੍ਰੀਨ ਬੈਲਟ ਨੂੰ ਕੱਟ ਕੇ ਤੋੜ ਕੇ ਉੱਥੇ ਟਾਈਲ ਲਗਾ ਰਹੇ ਹਾਂ, ਠੀਕ ਹੈ। ਹੁਣ ਇਹ ਵੀ ਹੋ ਰਿਹਾ ਹੈ ਕਿ ਉਹ ਟਾਈਲਾਂ ਨੂੰ ਪੁੱਟ ਕੇ ਤੁਸੀਂ ਦੇਖੋ ਉਹਦੇ ਉੱਤੇ ਲੁੱਕ ਮਤਲਬ ਵਿਛਾ ਕੇ ਉੱਥੇ ਸੜਕ ਬਣਾਈ ਜਾ ਰਹੀ ਹੈ, ਕੋਈ ਕੁਝ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ। ਟਾਈਲਾਂ ਦੀ ਫੈਕਟਰੀ ਲਗਾਈ ਜਾਂਦੀ ਹੈ, ਮਾਮੇ ਦੇ ਨਾਤੇ ਜਾਂ ਮਾਮੇ ਦੇ ਪੁੱਤ ਦੇ ਨਾਤੇ ਜਾਂ ਬੂਆ ਦੇ ਪੁੱਤਰ ਦੇ ਨਾਤੇ ਟਾਈਲਾਂ ਦੀ ਫੈਕਟਰੀ ਲਗਾਈ ਜਾਂਦੀ ਹੈ। ਫਿਰ ਟਾਈਲਾਂ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ ਜਾਂਦਾ ਹੈ, ਠੀਕ ਹੈ ਕਿ ਨਹੀਂ। ਇਹ ਪਹਿਲਾਂ ਵੀ ਚੱਲਦਾ ਸੀ ਉਸ ਸਰਕਾਰ ਦੇ ਵਿੱਚ ਵੀ, ਇਸ ਸਰਕਾਰ ਦੇ ਵਿੱਚ ਵੀ ਇਹੀ ਚੱਲ ਰਿਹਾ ਹੈ। ਮੈਂ ਇਹੀ ਪੁੱਛ ਰਿਹਾ, ਤੁਹਾਡੇ ਸਾਰੇ ਪੋਲੀਟੀਸ਼ੀਅਨ ਵੀ ਕੈਨੇਡਾ 'ਚ ਹੋਟਲ ਕਿੰਨੇ ਬਣਾਏ? ਸਾਰਿਆਂ ਨੇ ਬਣਾਏ ਨੇ। ਅਸੀਂ ਵਾਈਟ ਪੇਪਰ ਰੱਖਾਂਗੇ, ਮਾਰਚ ਦੇ ਵਿੱਚ ਸਰਕਾਰ ਆਏਗੀ, ਅਪ੍ਰੈਲ ਮਈ ਦਾ ਮਹੀਨਾ ਤੁਸੀਂ ਦੇ ਦਿਓ, ਜੂਨ ਤੱਕ ਵਾਈਟ ਪੇਪਰ ਆਏਗਾ, ਉਸ ਦੇ ਵਿੱਚ ਜਨਤਾ ਵੀ ਰਹੇਗੀ। ਇਹ ਨਹੀਂ ਹੈ ਕਿ ਕੇਵਲ ਅਫਸਰ ਹੀ ਜਾਣਗੇ, ਇਨਕੁਆਇਰੀ ਕਰਕੇ ਆ ਜਾਣਗੇ, ਜਨਤਾ ਦੇ ਲੋਕ ਵੀ ਹੋਣਗੇ। ਇਹ ਸਾਰੇ ਦੇਖੋ, ਕਿਉਂਕਿ ਸਾਡੀ ਜੋ ਪਾਰਟੀ ਜੋ ਹੋਗੀ, ਉਸ ਪਾਰਟੀ ਦੇ ਵਿੱਚ ਜੋ ਪਾਵਰ ਹੋਗਾ ਉਹ ਜਨਤਾ ਦੇ ਹੱਥ ਦੇ ਵਿੱਚ। ਪਰ ਇਲੈਕਸ਼ਨਸ ਦੇ ਵਿੱਚ ਤੇ ਦੱਸਿਆ ਜਾਂਦਾ ਨਾ ਕਿ ਇਹਨੇ ਇਹ ਗਲਤ ਕੀਤਾ, ਇਹਨੇ ਇਹ ਗਲਤ ਕੀਤਾ, ਅਸੀਂ ਗਲਤ ਨਹੀਂ ਕਰਾਂਗੇ, ਸਾਰਾ ਜਨਤਾ ਦੇ ਸਾਹਮਣੇ ਹੈ, ਉਹ ਜਨਤਾ ਦੇ ਸਾਹਮਣੇ ਹੈ, ਉਹ ਸਾਨੂੰ ਬੋਲਣ ਦੀ ਲੋੜ ਹੀ ਨਹੀਂ ਹੈ। ਇਹ ਜਨਤਾ ਨੂੰ ਪਤਾ ਹੈ ਨਾ ਜੀ, A to Z ਪਤਾ ਹੈ। ਅੱਜ ਵੀ ਤੁਸੀਂ ਜਾਓ ਫੋਰੈਸਟ ਚੌਕ ਦੇ ਉੱਤੇ ਚਲੇ ਜਾਓ, ਕਾਲਾ ਮੱਲਾ ਚੌਕ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਚਲੇ ਜਾਓ, ਦੇਖੋ ਰੋਡ ਨੂੰ ਇਹਨਾਂ ਨੇ ਪੁੱਟ ਕੇ ਰੱਖਿਆ ਹੋਇਆ ਹੈ ਸਾਰਾ ਕੁਝ। ਕਿਉਂ? ਚੰਗਾ ਭਲਾ ਰੋਡ ਸੀਗਾ, ਵਧੀਆ ਰੋਡ ਸੀ, ਉੱਥੇ ਟਾਈਲ ਲਗਾਉਣ ਦੀ ਕੀ ਲੋੜ ਹੈ ਜੀ? ਕਿਉਂ? ਟਾਈਲਾਂ ਦੀ ਫੈਕਟਰੀ ਤੁਹਾਡੀ ਆਪਣੀ ਹੈ, ਟਾਈਲ ਬਿਚਵਾ ਲਓ। 6 ਰੁਪਏ ਦਾ ਟਾਈਲ ਕਿਹਦੀ ਫੈਕਟਰੀ ਹੈ? ਕੁਮਾਰ ਜੀ ਕੁਛ ਤੇ ਦੱਸੋ, ਹੋਟਲ ਕਿਹਦਾ ਹੈ, ਟਾਈਲ ਦੀ ਫੈਕਟਰੀ ਕਿਹਦੀ? ਸਾਰਾ ਕੁਝ ਜਨਤਾ ਨੂੰ ਪਤਾ ਹੈ, ਸਾਰਾ ਕੁਝ। ਹੋ ਸਕਦਾ ਸਾਰੀ ਜਨਤਾ ਨੂੰ ਨਾ ਪਤਾ ਹੋਵੇ। ਕਿਉਂ ਲੈਵਾਂ ਜੀ? ਦੇਖੋ ਤੁਸੀਂ ਕਿਸੇ ਨੂੰ ਵੀ ਪੁੱਛ ਲਓ, ਬਾਹਰ ਨਿਕਲੋ, ਕਿਸੇ ਨੂੰ ਵੀ ਪੁੱਛ ਲਓ ਕਿ ਇਹ ਟਾਈਲ ਕੌਣ ਲਗਵਾ ਰਹੇ ਨੇ ਜਾਂ ਕਿਹਨਾਂ ਨੇ ਲਗਵਾਇਆ ਹੈ, ਤੇ ਉਹ ਫੈਕਟਰੀ ਕਿਹੜੀ ਹੈ। ਮੁਕੇਰੀਆਂ ਦੇ ਵਿੱਚ ਹੈ ਉਹ ਫੈਕਟਰੀ, ਕਿ ਦਸੂਆ ਦੇ ਵਿੱਚ ਫੈਕਟਰੀ ਹੈ, ਕਿਧਰ ਫੈਕਟਰੀ ਲੱਗੀ ਹੈ, ਸਾਰਾ ਤੁਸੀਂ ਜਾ ਕੇ ਪਤਾ ਕਰਾ ਲਓ। ਇਹ ਸਾਨੂੰ ਦੱਸਣ ਦੀ ਕੀ ਲੋੜ ਹੈ? ਜੋ ਚੀਜ਼ ਆਲਰੇਡੀ ਜਨਤਾ ਦੇ ਡੋਮੇਨ ਦੇ ਵਿੱਚ ਹੈ ਉਹ ਅਸੀਂ ਕਿਉਂ ਬੋਲਾਂਗੇ ਜੀ? ਜਨਤਾ ਸਾਨੂੰ ਬੋਲ ਰਹੀ ਹੈ, ਸਾਰਾ ਕੁਝ ਦੇਖੋ ਅਖਬਾਰਾਂ ਦੇ ਵਿੱਚ ਹੈ, ਮੀਡੀਆ ਦੇ ਵਿੱਚ ਹੈ, ਸਭ ਕੁਝ ਹੈ, ਤੁਸੀਂ ਦੇਖੋ ਸਾਰਾ ਕੁਝ। ਇੱਕ ਹੋਰ ਚੀਜ਼ ਹੈ, ਸੁਖਬੀਰ ਸਿੰਘ ਬਾਦਲ ਪੰਜਾਬ ਦੇ 100 ਦਿਨਾਂ ਤੇ ਦੌਰੇ ਤੇ ਨਿਕਲੇ ਨੇ। ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਖੜੇ ਆ, ਉਹ ਆਪਣੇ ਹਲਕੇ ਦੇ, ਆਪਣੇ ਪੰਜਾਬ ਦੇ MLAs ਨੂੰ, ਸਾਬਕਾ ਮੰਤਰੀਆਂ ਨੂੰ, ਪ੍ਰਧਾਨਾਂ ਨੂੰ, ਸਾਰਿਆਂ ਨੂੰ ਮਿਲ ਰਹੇ ਨੇ। ਉਹ ਇੱਕ ਆਪਣੇ ਤਰ੍ਹਾਂ ਦੀ ਕੈਂਪੇਨ ਸ਼ੁਰੂ ਕਰਕੇ ਬੈਠੇ ਨੇ। ਸੁਖਬੀਰ ਬਾਦਲ ਹੋਣਾ ਨੇ ਆਪਣੇ ਤਰ੍ਹਾਂ ਦੀ। ਆਮ ਆਦਮੀ ਪਾਰਟੀ ਦੇ ਬਾਰੇ ਕਿਹਾ ਜਾ ਰਿਹਾ ਕਿ ਇੱਕਾ ਦੁੱਕਾ ਲੀਡਰ ਆਪਣੇ ਏਰੀਏ 'ਚ ਸਰਗਰਮ ਨੇ, ਪਰ ਪਾਰਟੀ ਉਸ ਤਰ੍ਹਾਂ ਦੀ ਮੂਵਮੈਂਟ ਖੜੀ ਕਰਨ ਦੇ ਵਿੱਚ ਇਸ ਵਾਰੀ ਅਸਮਰੱਥ ਹੈਗੀ ਹੈ, ਜਿਸ ਤਰ੍ਹਾਂ ਦੀ ਮੂਵਮੈਂਟ ਉਹਨਾਂ ਨੇ ਪਿਛਲੇ ਇਲੈਕਸ਼ਨਸ ਦੇ ਵਿੱਚ 6 ਮਹੀਨੇ ਪਹਿਲਾਂ ਖੜੀ ਕਰ ਦਿੱਤੀ ਸੀ। ਦੇਖੋ, ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਆਉਣ ਵਾਲਾ ਇਲੈਕਸ਼ਨ ਜੋ 2022 ਦਾ ਹੋਗਾ, ਜਨਤਾ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਉਸ ਚੀਜ਼ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਤੇ ਅਕਾਲੀ ਦਲ ਇੱਕ ਹਿਡਨ ਏਜੰਡੇ ਦੇ ਤਹਿਤ ਇੱਕ ਸਾਥ ਇਲੈਕਸ਼ਨ ਲੜਨਗੇ ਜੀ, ਤੁਸੀਂ ਦੇਖ ਲੈਣਾ। ਇੱਕ ਸਾਥ ਇਲੈਕਸ਼ਨ ਲੜਨਗੇ, ਮਿਲ ਕੇ ਇਲੈਕਸ਼ਨ ਲੜਨਗੇ, ਤੁਸੀਂ ਦੇਖ ਲੈਣਾ। ਜਦੋਂ ਨਜ਼ਦੀਕ ਆ ਜਾਏਗਾ ਨਾ ਇਲੈਕਸ਼ਨ, ਮੈਂ ਸੀਟ ਟੂ ਸੀਟ ਦੱਸ ਦੂੰਗਾ ਕਿ ਕਿਸ ਸੀਟ ਤੇ ਕਿਸ ਨੂੰ ਜਿਤਾਉਣ ਵਾਸਤੇ ਕਰ ਰਹੇ ਨੇ, ਮੈਨੇ ਕੌਣ ਮੇਨ ਕੈਂਡੀਡੇਟ ਕੌਣ ਹੈ, ਉਸ ਪਾर्टी ਦਾ, ਉਸ ਪਾर्टी ਦਾ। ਉਸ ਸਮੇਂ ਨਾਮ ਲਵੋਗੇ ਕੌਣ ਜਿੱਤੇਗਾ? ਬਿਲਕੁਲ ਮੈਂ ਲਊਂਗਾ, ਬਿਲਕੁਲ ਲਊਂਗਾ, ਕਿਉਂਕਿ ਉਹਦਾ ਕਲੀਅਰ ਹੋ ਜਾਏਗਾ ਨਾ। ਹੁਣ ਵੀ ਮੈਨੂੰ ਪਤਾ ਹੈ, ਲੇਕਿਨ ਇਹ ਉਹਨਾਂ ਦੀ ਸਟ੍ਰੈਟਜੀ ਚੱਲ ਰਹੀ ਹੈ, ਉਸ ਸਟ੍ਰੈਟਜੀ ਨੂੰ ਅਸੀਂ ਸਮਝ ਰਹੇ ਹਾਂ। ਸਮਝ ਕੇ ਅੱਜ ਅਸੀਂ ਬੋਲ ਦੇਵਾਂਗੇ ਤਾਂ ਫਿਰ ਸਾਵਧਾਨ ਹੋ ਜਾਣਗੇ। ਇਸ ਕਰਕੇ ਉਹਨਾਂ ਨੂੰ ਉਸ ਟ੍ਰੈਪ ਦੇ ਵਿੱਚ ਆ ਲੈਣ ਦੋ, ਫਿਰ ਅਸੀਂ ਬੋਲ ਦੇਵਾਂਗੇ, ਸਾਨੂੰ ਕੋਈ ਦਿੱਕਤ ਨਹੀਂ। ਲੇਕਿਨ ਇਹ ਇਲੈਕਸ਼ਨ ਕਾਂਗਰਸ ਤੇ ਅਕਾਲੀ ਦਲ ਨੇ ਮਿਲ ਕੇ ਲੜਨਾ ਹੈ। ਤੁਸੀਂ ਗੱਲ ਕੀਤੀ, ਫਿਰ ਤੇ ਸਮੱਸਿਆ ਹੋ ਜੂਗੀ। ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਤੁਸੀਂ, ਮੈਂ ਪਹਿਲਾਂ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ। ਉਹ ਪਾਰਟੀ ਦੇ ਪ੍ਰਧਾਨ ਬਣੇ ਨੇ ਸਟੇਟ ਯੂਨਿਟ ਦੇ, ਕਾਂਗਰਸ ਪਾਰਟੀ ਦੇ, ਪਹਿਲਾਂ ਵੀ ਵਧਾਈ ਦਿੱਤੀ ਹੈ। ਹੁਣ ਤੁਹਾਡੇ ਚੈਨਲ ਦੇ ਰਾਹੀਂ ਵੀ ਮੈਂ ਉਹਨਾਂ ਨੂੰ ਵਧਾਈ ਦੇਵਾਂਗਾ। ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਉਹਨਾਂ ਦੇ ਪ੍ਰਧਾਨ ਬਣਨ ਦਾ
ਸਭ ਤੋਂ ਜ਼ਿਆਦਾ ਬੈਨੀਫਿਟ ਜੋ ਹੈ ਉਹ ਆਮ ਆਦਮੀ ਪਾਰਟੀ ਨੂੰ ਜਾ ਰਿਹਾ ਹੈ ਤੇ ਜਾਊਗਾ। ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦਾ ਫਾਇਦਾ ਆਮ ਆਦਮੀ ਆਮ ਪਾਰਟੀ ਨੂੰ ਆਦਮੀ ਹੈ, ਪਾर्टी ਨੂੰ ਜਾएगा। ਕਿਸ ਤਰ੍ਹਾਂ? ਇਹ क्यों बताऊंगा, ਹੂੰ आने वाला समय अपने आप बताऊंगा, नहीं तो मैं भी बताऊंगा बाद ਦੇ ਵਿੱਚ। ਫਿਰ ਵੀ ਕੁਝ ਤੇ ਦੱਸੋ, ਤੁਸੀਂ ਕੀ ਅਸੈਸਮੈਂਟ ਲਾ ਦੱਸੂੰਗਾ। ਕੇ ਬੈਠੇ ਹੋ, ਕਿਸ ਸਹੀ ਤਰ੍ਹਾਂ? ਸਮਾਂ ਤੇ ਤੁਹਾਨੂੰ ਮੈਂ ਦੱਸ ਦੂੰਗਾ। ਹੂੰ ठीक है ना, ये असेसमेंट नहीं है, हम्म। ये सच्चाई है, ये हम्म। सच्चाई है, इसे देख लो। ਕਿਉਂਕਿ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਚਰਚਾ ਲੋਕੀ ਇਹ ਕਰਦੇ ਕਿ ਸਿੱਧੂ ਲੜ ਪਏ, ਨਾਰਾਜ਼ ਹੋ ਗਏ, ਕੱਲ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਨਾ ਲੈ ਜਾਣ। नहीं चलो देखो, वो मैं एक चीज ही केवल ਇਸ ਹਿਸਾਬ ਨਾਲ ਫਾਇਦਾ ਤਾਂ ਨਹੀਂ ਸੋਚ ਰਹੇ ਤੁਸੀਂ? नहीं नहीं, उस चीज ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਣਾ ਹੈ। ਹੂੰ ਇਸ ਤੋਂ ਇਲਾਵਾ ਇਸ मतलब मौके ਤੇ मैं कुछ नहीं बोलना चाहूँगा। ਹੂੰ यही कहूँगा कि दोबारा मैं रिपीट करांगा कि ये लड़ाई भी जो होगी ਹੂੰ ਆਮ ਆਦਮੀ ਪਾਰਟੀ ਦੀ ਜਿਹੜੀ ਲੜਾਈ ਹੋਗੀ ਇਹ ਕਾਂਗਰਸ ਤੇ ਅਕਾਲੀ ਦਲ ਦੇ ਇੱਕ ਹਿਡਨ ਏਜੰਡੇ ਦੇ ਤਹਿਤ ਉਹ ਰਲ ਮਿਲ ਕੇ ਆਉਣਗੇ, ਲੇਕਿਨ ਜਿੱਤ ਜੋ ਹੋਗੀ ਉਹ ਆਮ ਆਦਮੀ ਪਾਰਟੀ ਦੀ ਹੋਗੀ। ਜਨਤਾ ਨੇ ਮਨ ਬਣਾ ਲਿਆ। ਪਰ ਜਦੋਂ ਸੁਖਬੀਰ ਬਾਦਲ 100 ਦਿਨਾਂ ਦਾ ਦੌਰਾ ਕਰਕੇ ਆਉਂਦੇ ਨੇ, ਉਧਰ ਕਾਂਗਰਸ ਆਪਣੇ ਪੱਧਰ ਤੇ ਦੋ ਵੱਡੇ ਲੀਡਰ ਕੈਪਟਨ ਆਪਣੇ ਲੈਵਲ ਤੇ ਜ਼ੋਰ ਲਾ ਰਹੇ, ਨਵਜੋਤ ਸਿੱਧੂ ਆਪਦੇ ਲੈਵਲ ਤੇ ਜ਼ੋਰ ਲਾ ਰਹੇ, ਤੁਹਾਡੀ ਪਾਰਟੀ ਦੇ ਵਿੱਚ ਫਿਲਹਾਲ ਇਸ ਤਰ੍ਹਾਂ ਦੀ ਮੂਵਮੈਂਟ ਨਜ਼ਰ ਹੀ ਨਹੀਂ ਆ ਰਹੀ, ਇੰਨਾ ਜ਼ਿਆਦਾ એનર્ਜੀ ਨਜ਼ਰ ਹੀ ਨਹੀਂ ਆ ਰਹੀ। ਤੁਹਾਨੂੰ ਕੀ ਲੱਗਦਾ ਹੈਗਾ ਕੁੰਵਰ ਜੀ? ਮਤਲਬ ਪ੍ਰੈਕਟੀਕਲੀ ਏਰੀਆ ਕਵਰ ਵੀ ਕਰਨਾ ਹੁੰਦਾ, ਲੋਕਾਂ ਤੱਕ ਪਹੁੰਚ ਵੀ ਕਰਨੀ ਹੁੰਦੀ ਹੈ, ਪ੍ਰੈਕਟੀਕਲੀ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਜਦੋਂ ਚੋਣਾਂ ਲੜਨੀਆਂ ਤੁਹਾਡਾ ਦੇਖੋ ਸਵਾਲ ਬਹੁਤ ਜਾਇਜ਼ ਹੈ, जेन्युइन सवाल है, जेन्युइन सवाल है, क्योंकि वो जो जिन्हां पार्टियां ਦੀ ਗੱਲ ਕਰ ਰਹੇ ਹੋ, ਜਿਨ੍ਹਾਂ ਲੀਡਰਾਂ ਦੀ ਗੱਲ ਕਰ ਰਹੇ ਹੋ, ਉਹ ਸਾਰੇ ਲੀਡਰ ਜਿਹੜੇ ਨੇ ਜਾਂ ਉਹ ਪਾਰਟੀ ਵਾਲੇ ਨੇ, वो सारे ਤੁਸੀਂ ਕਹੋ रिवायती जो पॉलिटिक्स है वो पॉलिटिक्स कर रहे हैं कि 4 साढ़े 4 साल तक जनता ਨੂੰ लूट लो, जेकर कोई बोलता है कुट लो, ठीक है, कुटते ने। मैं आज भी दावा करता हाँ कि 50-60% FIR गलत दर्ज होंगे ने डेली। तो लूटना तो कुटना, जो इलेक्शन आ जाए तो अपना एजेंडा लेके चलो जी, जनता मूर्ख नहीं है, इस बार जनता मूर्ख नहीं बन सकती है। उन्होंने हिडन एजेंडा जो है ये जनता समझ चुकी है। तो इस बार वोट आम आदमी पार्टी को मिलना है, इस बार जनता आम आदमी पार्टी की सरकार बनाएगी। दूसरी गल जो तुसी कीती उन्हां दीयां सरगर्मियां, ਉਹਨਾਂ ਦੀ ਐਲਿਟ ਪਾਰਟੀ ਹੈ ਜੀ, ਖਾਸ ਲੋਕਾਂ ਦੀ ਪਾਰਟੀ ਹੈ ਉਹਨਾਂ ਦੀ, ਇਸ ਕਰਕੇ ਖਾਸ ਲੋਕ ਤੁਹਾਨੂੰ ਖਾਸ ਜਗ੍ਹਾ ਤੇ ਉਹ ਮਿਲ ਜਾਣਗੇ ਕਿ ਕੋਈ ਕੁਝ ਬੋਲੇਗਾ, ਕੋਈ ਜਨਤਾ ਨੂੰ ਕੁਝ ਹੋਰ ਪ੍ਰਲੋਭਨ ਦੇਵੇਗਾ। ਇਹ ਆਮ ਲੋਕਾਂ ਦੀ ਪਾਰਟੀ ਹੈ, ਇਸ ਦੇ ਵਿੱਚ ਆਮ ਲੋਕ ਚੋਣ ਪ੍ਰਚਾਰ ਕਰ ਰਹੇ ਨੇ, ਹਰ ਪਿੰਡ ਦੇ ਵਿੱਚ, ਹਰ ਗਲੀ ਦੇ ਵਿੱਚ, ਹਰ ਮੁਹੱਲੇ ਦੇ ਵਿੱਚ ਆਮ ਲੋਕਾਂ ਦੀ ਪਾਰਟੀ ਹੈ ਨਾ, ਤਾਂ ਆਮ ਲੋਕ ਚੋਣ ਪ੍ਰਚਾਰ ਕਰ ਰਹੇ ਨੇ। ਸਾਡਾ ਫੇਸ ਵੀ ਆਮ ਲੋਕ ਨੇ, ਸਾਡੀ ਪਾਰਟੀ ਦੇ ਜਿਹੜੇ ਫੇਸ ਨੇ ਆਮ ਲੋਕ ਨੇ। ਅਸੀਂ ਪਾਵਰਫੁਲ ਆਮ ਲੋਕਾਂ ਨੂੰ ਬਣਾਉਣਾ ਚਾਹ ਰਹੇ ਹਾਂ। ਤੁਸੀਂ ਬਾਰ-ਬਾਰ ਪੁੱਛਦੇ ਹੋ ਕਿ ਸੀਐਮ ਫੇਸ ਕੌਣ ਹੋਗਾ ਜੀ? ਸੀਐਮ ਫੇਸ ਆਮ ਜਨਤਾ ਹੋਗੀ, ਕੈਬਨਿਟ ਮੰਤਰੀ ਆਮ ਜਨਤਾ ਹੋਗੀ, ਐਮਐਲਏ ਆਮ ਜਨਤਾ ਹੋਗੀ। ਅਸੀਂ ਆਮ ਜਨਤਾ ਨੂੰ ਪਾਵਰਫੁਲ ਬਣਾਉਣਾ ਚਾਹ ਰਹੇ ਹਾਂ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਨਾ, ਤਾਂ ਆਮ ਪਬਲਿਕ ਆਪਣੇ ਆਪ ਨੂੰ ਮਹਿਸੂਸ ਕਰੇਗਾ। ਇਹ ਮੈਂ ਸਵਾਲ ਇਸ ਲਈ ਕਰ ਰਿਹਾ, ਜਦੋਂ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ 100 ਸੀਟਾਂ ਦਾ ਦਾਅਵਾ ਕਰ ਰਹੀ ਸੀ, ਸੀਟਾਂ ਜਾ ਕੇ 18-20 ਤੇ ਖਤਮ ਹੋ ਗਈਆਂ। ਉਸ ਸਮੇਂ ਪਾਰਟੀ ਦੇ ਲੀਡਰਾਂ ਨੇ ਇੱਕ ਮੰਥਨ ਕਰਨ ਤੋਂ ਬਾਅਦ ਇਹ ਗੱਲ ਕਹੀ ਸੀਗੀ ਕਿ ਹਾਂ ਇਸ ਚੀਜ਼ 'ਚ ਅਸੀਂ ਦੇਰ ਹੋ ਗਏ, ਜੇ ਸੀਐਮ ਕੈਂਡੀਡੇਟ ਟਾਈਮ ਨਾਲ ਅਨਾਉਂਸ ਕੀਤਾ ਹੁੰਦਾ ਤੇ ਸ਼ਾਇਦ ਰਿਜ਼ਲਟ ਹੋਰ ਹੋ ਸਕਦਾ ਸੀਗਾ। ਤੁਸੀਂ ਅਰਵਿੰਦ ਕੇਜਰੀਵਾਲ ਹੁਣਾਂ ਦੇ ਕਲੋਜ਼ ਲੀਡਰ ਮੰਨੇ ਜਾਂਦੇ ਹੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ, ਕਿਆ ਤੁਸੀਂ ਨਿੱਜੀ ਤੌਰ ਤੇ ਗੱਲ ਨਹੀਂ ਕਰਦੇ ਕਿ ਸਾਨੂੰ ਸੀਐਮ ਫੇਸ ਜਾਂ ਸੀਐਮ ਕੈਂਡੀਡੇਟ ਅਨਾਉਂਸ ਕਰ ਦੇਣਾ ਚਾਹੀਦਾ ਟਾਈਮਲੀ, ਕਿ ਬਿਨਾਂ ਲਾੜੇ ਦੀ ਬਰਾਤ ਤੁਰੀ ਜਾਂਦੀ ਨਾ ਨਜ਼ਰ ਆਵੇ ਪੰਜਾਬ ਦੇ ਵਿੱਚ? ਕਹਿੰਦੇ ਤੇ ਲੋਕ ਇਹੀ ਹੈ। ਦੇਖੋ ਇਹ ਜਿਹੜੀ ਪਾਰਟੀ ਹੈ ਨਾ, ਆਮ ਲੋਕਾਂ ਦੀ ਪਾਰਟੀ ਹੈ, ਆਮ ਲੋਕਾਂ ਦੀ ਪਾਰਟੀ ਹੈ। ਸੀਐਮ ਫੇਸ ਵੀ ਆਮ ਆਦਮੀ ਹੈ, ਆਮ ਲੋਕ ਹੀ ਨੇ, ਉਹ ਫੇਸ ਨੇ ਸੀਐਮ ਦੇ ਫੇਸ। ਜੋ ਤੁਸੀਂ ਕਹਿ ਰਹੇ ਹੋ ਬਾਕੀ ਪਾਰਟੀਆਂ ਨੂੰ ਦੇਖ ਲਓ, ਅਕਾਲੀ ਦਲ ਨੂੰ, ਕਾਂਗਰਸ ਨੂੰ, ਬੀਜੇਪੀ ਨੂੰ, ਇਹਨਾਂ ਨੂੰ ਐਲਾਨ ਕਰ ਲੈਣ ਦਿਓ ਕਿ ਇਹ ਕਿਸ ਨੂੰ ਐਲਾਨ ਕਰ ਦੇਣ। ਜਿਸ ਦਿਨ ਕਾਂਗਰਸ ਪਾਰਟੀ ਐਲਾਨ ਕਰੇਗੀ ਉਸ ਦਿਨ ਅਸੀਂ ਵੀ ਕਰ ਦੇਵਾਂਗੇ। ਤੁਹਾਡੀ ਗੱਲ ਹੋਈ ਕਦੇ ਅਰਵਿੰਦ ਮੈਂ ਕੇਜਰੀਵਾਲ ਨਾਲ? ਤੁਹਾਨੂੰ ਦੱਸ ਦੇਵਾਂਗਾ ਨਾ, ਕਾਂਗਰਸ ਪਾਰਟੀ ਜਿਸ ਦਿਨ ਐਲਾਨ ਕਰਦੀ ਹੈ ਨਾ, ਅਸੀਂ ਉਸੇ ਦਿਨ ਕਰ ਦੇਵਾਂਗੇ। ਅੱਛਾ, ਤੁਸੀਂ ਕਾਂਗਰਸ ਦੀ ਵੇਟ ਕਰ ਰਹੇ ਹੋ? ਨਹੀਂ, ਵੇਟ ਅਸੀਂ ਨਹੀਂ ਕਰ ਰਹੇ ਹਾਂ, ਇਹ ਸਾਡੀ ਸਟ੍ਰੈਟਜੀ ਦਾ ਹਿੱਸਾ ਹੋ ਸਕਦਾ ਹੈ। ਸਟ੍ਰੈਟਜੀ ਦਾ ਅੱਜ ਦੀ ਤਾਰੀਖ ਦੇ ਵਿੱਚ ਜੋ ਫੇਸ ਹੈ ਉਹ ਆਮ ਜਨਤਾ ਹੀ ਫੇਸ ਹੈ। ਬਾਕੀ ਤੁਸੀਂ, ਮੈਂ ਚੈਲੰਜ ਕਰਦਾ ਹਾਂ, ਜਿਸ ਦਿਨ ਕਾਂਗਰਸ ਪਾਰਟੀ ਐਲਾਨ ਕਰੇਗੀ ਆਪਣਾ ਫੇਸ, ਸਾਡਾ ਵੀ ਐਲਾਨ ਹੋ ਜਾਏਗਾ। ਤੁਸੀਂ ਇੱਕ ਥੋੜੀ ਦੇਰ ਪਹਿਲੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਹਜੇ ਵੀ 50% FIR ਜਿਹੜੀਆਂ ਨੇ ਉਹ ਫਰਜ਼ੀ ਦਰਜ ਹੋ ਰਹੀਆਂ, ਝੂਠੀਆਂ FIR ਦਰਜ ਹੋ ਰਹੀਆਂ, ਮਤਲਬ ਤੰਤਰ ਦਾ ਇਸਤੇਮਾਲ ਰਾਜਨੀਤੀ ਵੱਲੋਂ ਕੀਤਾ ਜਾਂਦਾ ਗਲਤ ਢੰਗ ਦੇ ਨਾਲ। ਇੱਕ ਹੋਰ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੇ ਨੇ ਪੰਜਾਬ ਦੇ ਸਭ ਤੋਂ ਵੱਡੇ ਅਫਸਰ ਸੁਮੇਧ ਸਿੰਘ ਸੈਣੀ। ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਦੇ ਨਾਲ ਪੋਲੀਟੀਸਾਈਜ਼ ਹੋ ਚੁੱਕੀ ਹੈ। ਸਰਕਾਰ ਦੇ ਆਪਣੇ ਮੰਤਰੀ ਕਹਿੰਦੇ ਨੇ ਕਿ ਗ੍ਰਿਫਤਾਰੀ ਦਾ ਡਰਾਮਾ ਹੋਇਆ, ਹੈ ਨਾ,
ਕੁਝ ਅਫਸਰਾਂ ਨੇ ਇੱਕ ਐਸਕੇਪ ਰੂਟ ਬਣਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕੁਝ ਹੋਰ ਕਹਿੰਦੇ ਨੇ। ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਿਆ, ਕਿਉਂਕਿ ਤੁਸੀਂ ਵੀ ਸੁਮੇਧ ਸਿੰਘ ਸੈਣੀ ਜਦੋਂ ਡੀਜੀਪੀ ਸੀਗੇ ਉਸ ਸਮੇਂ ਸਰਵਿਸ ਦੇ ਵਿੱਚ ਸੀਗੇ, ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖ ਰਹੇ ਹੋ? ਇਹ ਸੁਮੇਧ ਸੈਣੀ ਨੂੰ ਫਸਾਉਣ ਦੀ ਕੋਸ਼ਿਸ਼ ਹੈ ਕਿ ਬਚਾਉਣ ਦੀ ਕੋਸ਼ਿਸ਼ ਹੈ? देखो हूँ जो इन्वेस्टिगेशन चल रही है मैनू पता नहीं है कि किस चीज़ का इन्वेस्टिगेशन चल रहा है, लेकिन जो इलेक्शन नज़दीक आ गया तो मैं तो यही कहांगा कि ये जानबूझ के मतलब ये पब्लिक नू एक मतलब मूर्ख बनाने का एक तरीका है जी। ठीक है कि नहीं, कि देखो जी असी फलाने नू फड़ लिया, असी फलाने नू फड़ लिया। जो कोट कपूरा केस बहबल कला केस दे विच जमानत उन्हां दी रद्द हो गई सीगी, मानयोग सैशन अदालत कोट कपूरा केस दे विच भी जमानत रद्द हुई सी, अगाऊ जमानत जिहड़ी सीगी एंटीसिपेटरी बेल फरीदकोट की मानयोग सैशन अदालत वालों उदों देखो अगले दिन बेल करवाया इसे सरकार दे ने करवाया सी, उन्हां दी अगाऊ जमानत करवा के दिती सी। बहबल कला केस दे विच भी जदों जमानत अगाऊ जमानत रिजेक्ट हुई सीगी इसे सरकार ने उन्हां दी जमानत करवा के दिती सी। सरकार ने सुमेध सैनी दी जमानत करवा के सरकार ने करवाई सी। मैं यही कहांगा, मैं हर बारी वकीलों का दोष नहीं दिता जाता। क्यों? इस पार्टी का एक ग्रुप है, रूलिंग पार्टी का एक ग्रुप है, मैं सारिਆਂ ਦਾ ਦੋਸ਼ नहीं दे रहा। एक ग्रुप है, वो ग्रुप हमेशा अकाली दल ਦੇ ਨਾਲ हिडन एजेंडे ਤੇ काम करता रहा है। आने वाले समय ਦੇ ਵਿੱਚ ਅਸੀਂ भी बोलांगे, जनता भी बोल रही है, जनता बोल रही है, ਅਸੀਂ भी बोलांगे। ਤੇ ਉਹਨਾਂ ਨੇ ਜ਼ਮਾਨਤ ਕਰਵਾ ਕੇ ਦਿੱਤੀ ਸੀ। एक ग्रुप है इस रूलिंग पार्टी ਦੇ ਵਿੱਚ, सरकार ਦੇ ਅੰਦਰ भी एक ग्रुप है ਜਿਨ੍ਹਾਂ ਨੇ ਜ਼ਮਾਨਤ ਕਰਵਾ ਕੇ ਦਿੱਤੀ, ਜੋ ਸੁਮੇਧ ਸੈਣੀ ਦੀ ਮਦਦ ਕਰਦਾ। देखो जिस दिन जो साड़ी जी रिपोर्ट सीगी रद्द हुई सी, मानयोग सीएम साहब का स्टेटमेंट आया सी, मेरी उन्होंने नाल मुलाकात हुई सी, काफ़ी डिस्कसन होया। क्यों? क्योंकि वो भी चाहते सीगे कि अपील होनी चाहिए है। उन्होंने स्टेटमेंट भी दिता सी कि जिस दिन ऑर्डर आ जाएगा, कापी मिलेगी, उस तो अगले दिन ही कर देवांगे। लेकिन 4 महीने क्यों लग गए जी? देखो वो चाहते सी, लेकिन उस सरकार दे विच एक कॉर्नर है, एक ग्रुप है जो उन्हां दी भी गल नहीं सुनता है। ਇਹ ਬੜੀ ਵੱਡੀ ਗੱਲ ਹੈ ਕੁਮਰ ਜੀ। बहुत वड्डी गल है, ਸਰਕਾਰ बहुत ਦੇ वड्डी ਵਿੱਚ गल है। ਇੱਕ ਗਰੁੱਪ ਹੈ ਜੋ ਸੀਐਮ ਨੂੰ ਡੋਮੀਨੇਟ ਕਰਦਾ। सीएम ਨੂੰ ਡੋਮੀਨੇਟ ਕਰਦਾ ਹੈ। मैं क्लियर करदा हां कि सीएम ਨੂੰ ਡੋਮੀਨੇਟ ਕਰਦਾ ਹੈ। सीएम ਚਾਹੁੰਦੇ ਸੀਗੇ, सीएम ने कई बारी ਜ਼ਬਾਨੀ ਤੌਰ ਤੇ ਵੀ ਤੇ ਲਿਖਤੀ ਆਰਡਰ भी है, ਤੁਸੀਂ ਹੋਮ ਡਿਪਾਰਟਮੈਂਟ ਦਾ ਆਰਡਰ ਕਢਵਾ ਕੇ ਦੇਖ ਲਓ, लेकिन ਇਹ डिले किसने करवाया? ਮੰਤਰੀ ਹੈ ਸਰਕਾਰ ਦੇ ਜੋ ਸੀਐਮ ਨੂੰ ਡੋਮੀਨੇਟ ਕਰਦੇ। ਤੁਹਾਨੂੰ ਪਤਾ ਲੱਗੇਗਾ, जनता आप देखेगी, जनता आप देख रही है। लेकिन ਤੁਸੀਂ स्टेटमेंट देखो, मीडिया ਦੇ ਵਿੱਚ ਮਾਨਯੋਗ सीएम साहब ਦਾ स्टेटमेंट ਤੁਸੀਂ देख लो, तो ਤੁਹਾਡੇ ਕੋਲ भी है, हर व्यक्ति ਦੇ ਕੋਲ है, ਉਹਨਾਂ ਦਾ स्टेटमेंट है, रिटन लेटर है, हिदायत है, डायरेक्शन है। फिर भी एक जेकर मान लो लॉबी बनी हुई है सरकार ਦੇ ਅੰਦਰ और सीएम पंजाब ਨੂੰ डोमिनेट कर रही है, तो सोच लो कि प्रजातंत्र ਨਾਲ ਕਿੰਨਾ ਵੱਡਾ ਮਜ਼ਾਕ ਹੋ ਰਿਹਾ ਹੈ। ਸਰਕਾਰ ਦੇ ਅੰਦਰ ਐਸੀ ਲੌਬੀ ਜਿਹੜੀ ਸੀਐਮ ਨੂੰ ਡੋਮੀਨੇਟ ਕਰ ਰਹੀ ਤੇ ਸੁਮੇਧ ਸੈਣੀ ਨੂੰ ਫਾਇਦਾ ਕਰਾਉਣਾ ਚਾਹੁੰਦੀ ਹੈ। कराई देखो दोवें चीज़ों ना जोड़ो। मैं पहला कह रहा ना कि जो साड़ी रिपोर्ट जिहड़ी सीगी ना, जो कोट कपूरा फायरिंग केस की रिपोर्ट सीगी, मैं उस चीज़ की गल कर रहा। उस दे उत्ते अपील करनी सी। सीएम साहब का स्टेटमेंट आया, रिटन ऑर्डर भी उन्होंने वालों होए, लेकिन मैं आखिरी दिन तक इंतजार किया सी। जो आखिरी दिन तक इन्होंने नहीं किया, फिर मैं अपने वालों अपील की सी। मेरी अपील हो गई, उस तो बाद फिर सरकार वालों अपील हो रही है, वो भी फेस सेविंग वास्ते हो रही है। फेस सेविंग तुसी समझ रहे हो कि जनता दे सामने की असी लेके जावांगे। जनता कहेगी कंवर विजय प्रताप ने निजी तौर पे एक अपील फाइल कर दी थी, सरकार ने कोई फाइल नहीं की थी रिपोर्ट, तो कांग्रेस पार्टी मतलब की मुँह लेके जाएगी जनता दे सामने। तो एक फेस सेविंग वास्ते इन्होंने एक अपील फाइल की थी। ਕੁਮਰ ਜੀ, ਤੁਹਾਨੂੰ ਇਹ ਸਵਾਲ ਇਸ ਲਈ, ਤੁਸੀਂ ਆਈਜੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਇੰਨੀ ਵੱਡੀ ਪੋਸਟ ਤੇ ਰਹੇ ਹੋ, ਪੁਲਿਸ ਦੇ ਕੰਮ ਨੂੰ ਬਹੁਤ ਤੁਹਾਡੇ ਤੋਂ ਬਿਹਤਰ ਕੌਣ ਸਮਝ ਸਕਦਾ। ਹੁਣ ਜਦੋਂ ਕਿਹਾ ਜਾਂਦਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਉਹਦੀ ਪੂਰੀ ਸਰਵਿਸ ਦੇ ਲਈ ਇੱਕ ਬਲੈਂਕਟ ਬੇਲ ਦੀ ਸੁਵਿਧਾ ਮਿਲੀ ਹੋਈ ਸੀਗੀ ਕਿ ਉਹਨੂੰ ਗ੍ਰਿਫਤਾਰ ਕਰਨਾ ਤੇ 1 ਹਫ਼ਤੇ ਪਹਿਲੇ ਨੋਟਿਸ ਦੇਣਾ ਪੈਣਾ, ਐਸੀ ਸਿਚੁਏਸ਼ਨ ਦੇ ਵਿੱਚ ਜਦੋਂ ਉਸ ਨੂੰ ਰਾਤ ਨੂੰ ਪੁਲਿਸ ਵਾਲੇ ਜਿਹੜੇ ਅਰੈਸਟ ਕਰ ਲੈਂਦੇ ਆ, ਵਿਜੀਲੈਂਸ ਵਾਲੇ, ਉਸ ਤੋਂ ਬਾਅਦ ਉਹਨਾਂ ਨੂੰ ਰਾਤ ਨੂੰ 1 ਵਜੇ ਤੱਕ ਛੱਡਣਾ ਪੈ ਜਾਂਦਾ ਹਾਈ ਕੋਰਟ ਦੀ ਫਟਕਾਰ ਲੱਗਣ ਤੋਂ ਬਾਅਦ, ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੰਨੇ ਵੱਡੇ ਕੇਸ ਦੀ ਕੀ ਪੁਲਿਸ ਨੂੰ ਜਾਣਕਾਰੀ ਨਹੀਂ ਸੀ? ਕੀ ਇਹ ਕੋਈ ਡਰਾਮਾ ਸਵਾਂਗ ਰਚਿਆ ਗਿਆ ਜਾਂ ਇਹ ਫੇਸ ਸੇਵਿੰਗ ਵਾਲਾ ਤਰੀਕਾ ਸੀ ਜੋ ਤੁਸੀਂ ਕਹਿ ਰਹੇ ਹੋ? देखो इस चीज़ के 2 पहलू ने जी, दोवें मतलब बराबर इंपॉर्टेंस रखते हैं। एक तो है कि जो बेनिफिट, जो रिलीफ मिस्टर सुमेध सिंह सैनी ਨੂੰ मिल रहा है, हर नागरिक ਨੂੰ वो रिलीफ मिलना चाहिए है।
ਹਰ ਨਾਗਰਿਕ ਨੂੰ, ਤਾਂ ਹੀ ਅਸੀਂ ਕਹਾਂਗੇ ਕਿ ਡੈਮੋਕ੍ਰੇਸੀ ਫॉर द ਪੀਪਲ ਬਾਈ द ਪੀਪਲ ਆਫ द ਪੀਪਲ। ਸੇਮ ਰਿਲੀਫ ਹਰ ਨਾਗਰਿਕ ਨੂੰ ਮਿਲਣਾ ਚਾਹੀਦਾ ਹੈ। ਸੈਕੰਡ ਤੁਸੀਂ ਗੱਲ ਆ ਜਾਓ, ਉਹਨਾਂ ਦੇ ਆਪਣੇ ਮਿਨਿਸਟਰ ਜਦੋਂ ਕਹਿ ਰਹੇ ਨੇ ਕਿ ਇਹ ਜੋ ਵੀ ਉਹਨਾਂ ਨੇ ਕਰਾਇਆ ਹੈ ਇਹ ਫੇਸ ਸੇਵਿੰਗ ਹੈ, ਇਹ ਹੈ, ਤਾਂ ਮੈਨੂੰ ਟਿੱਪਣੀ ਕਰਨ ਦੀ ਕੀ ਲੋੜ ਹੈ ਜਦੋਂ ਆਪੇ ਕਹਿ ਰਹੇ ਨੇ। ਆਪੇ ਮਤਲਬ ਦੇਖੋ ਕਿਉਂ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ। ਮੈਂ ਤੁਹਾਨੂੰ ਢੰਗ ਪੁੱਛਿਆ ਕਿ ਪੁਲਿਸ ਦੀ ਵਰਕਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਔਰ ਹੋ ਸਕਦੀ ਇਸ ਕੇਸ ਦੇ ਵਿੱਚ। ਮੈਂ ਇਸ ਚੀਜ਼ ਨੂੰ ਮੈਂ ਮੰਨ ਕੇ ਚੱਲ ਰਿਹਾ ਹਾਂ ਕਿ ਇੱਕ ਕਿਸੇ ਹਿਡਨ ਏਜੰਡਾ ਦੇ ਤਹਿਤ ਇਹ ਸਾਰਾ ਕੰਮ ਹੋਇਆ ਹੈ। ਉਹਨਾਂ ਨੂੰ ਵੀ ਪਤਾ ਸੀ ਕਿ ਇਹ ਸਟੈਂਡ ਨਹੀਂ ਕਰਨਾ ਹੈ, ਕਿਉਂਕਿ ਕੇਸ ਦੀ ਡਿਟੇਲ ਮੈਨੂੰ ਪਤਾ ਨਹੀਂ ਹੈ ਕਿ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਕਰਕੇ ਚूंकि ਮੈਂ ਪੁਲਿਸ ਮਹਕਮੇ ਦੇ ਵਿੱਚ ਜ਼ਿੰਮੇਵਾਰੀ ਦੇ ਪੋਸਟ ਤੇ ਮੈਂ ਰਿਹਾ ਹਾਂ, ਤਾਂ ਮੈਂ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੁੰਦਾ ਹਾਂ ਜੋ ਤੱਥਾਂ ਤੋਂ ਪਰੇ ਹੋਵੇ, ਹਟ ਕੇ ਹੋਵੇ। ਇਸ ਕਰਕੇ ਲੇਕਿਨ ਮੈਂ ਕਹਾਂਗਾ ਜੋ ਤਰੀਕਾ ਸੀ ਬਹੁਤ ਹੀ ਗਲਤ ਤਰੀਕਾ ਸੀ। ਇਹਨਾਂ ਨੂੰ ਵੀ ਪਤਾ ਸੀ, ਇਹਨਾਂ ਦੇ ਆਪਣੇ ਮਿਨਿਸਟਰ, ਆਪਣੇ ਲੀਡਰ ਜੇਕਰ ਕਿੰਤੂ ਪਰੰਤੂ ਕਰ ਰਹੇ ਨੇ, ਕੋਈ ਨਾ ਕੋਈ ਗੱਲਬਾਤ ਤਾਂ ਜ਼ਰੂਰ ਹੈ ਨਾ ਉਹਦੇ ਵਿੱਚ। ਆਖਰੀ ਸਵਾਲ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਲੈਕਸ਼ਨ ਦੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ ਹੁਣ? ਕਿਉਂਕਿ ਤੁਸੀਂ ਕਿਹਾ ਕਿਤੇੋਂ ਤੇ ਲੜਨਾ ਹੀ ਆ ਅੰਮ੍ਰਿਤਸਰ ਤੋਂ, ਉਹ ਨਾਰਥ ਹੋਵੇ, ਈਸਟ ਹੋਵੇ, ਵੈਸਟ ਹੋਵੇ, ਕੋਈ ਵੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੀ ਸਿਆਸਤ ਦੇ ਵਿੱਚ ਖੁਦ ਨੂੰ ਕਿੱਥੇ ਖੜਾ ਮਹਿਸੂਸ ਕਰ ਰਹੇ ਨੇ? ਦੇਖੋ, ਜੋ ਮੇਰਾ ਨਿੱਜੀ ਇਲੈਕਸ਼ਨ ਹੋਗਾ ਨਾ ਉਹ ਅੰਮ੍ਰਿਤਸਰ ਦੀ ਜਨਤਾ ਲੜੇਗੀ, ਵੈਸੇ ਪੰਜਾਬ ਦੀ ਜਨਤਾ ਲੜੇਗੀ। ਤੁਸੀਂ ਦੇਖ ਲੈਣਾ ਪੰਜਾਬ ਤੋਂ ਲੋਕੀ ਆਉਣਗੇ। ਕਿਉਂ? ਕਿਉਂਕਿ ਜਿੱਥੋਂ ਮੈਂ ਲੜਾਂਗਾ ਨਾ ਉਹ ਪੰਜਾਬ ਦੀ ਹੀ ਨਹੀਂ, ਹਿੰਦੁਸਤਾਨ ਦੀ ਸਭ ਤੋਂ ਜ਼ਿਆਦਾ ਹੌਟ ਸੀਟ ਹੋਣੀ ਹੈ। ਤਾਂ ਤੁਸੀਂ ਦੇਖ ਲੈਣਾ ਪੂਰੇ ਪੰਜਾਬ ਦੇ ਲੋਕ ਆਉਣਗੇ ਕੁੰਵਰ ਵਿਜੇ ਪ੍ਰਤਾਪ ਦੀ ਮਦਦ ਵਾਸਤੇ। ਠੀਕ ਹੈ ਕਿ ਨਹੀਂ? ਪੂਰੇ ਪੰਜਾਬ ਦੇ ਲੋਕ ਆਉਣਗੇ ਕਿਉਂਕਿ ਸਾਰਿਆਂ ਦੀ ਰਿਸ਼ਤੇਦਾਰੀ ਹੈ ਅੰਮ੍ਰਿਤਸਰ ਦੇ ਵਿੱਚ। ਸੀਟ ABCD ਕੋਈ ਵੀ ਹੋ ਸਕਦੀ ਹੈ, ਤੇ ਅੰਮ੍ਰਿਤਸਰ ਦੇ ਲੋਕਾਂ ਦਾ ਤਾਂ ਨੈਤਿਕ ਕਰਤੱਵ ਹੈ, ਉਹਨਾਂ ਨੇ ਤਾਂ ਲੜਨਾ ਹੀ ਲੜਨਾ ਹੈ। ਅੰਮ੍ਰਿਤਸਰ ਦੇ ਲੋਕ ਭਾਵੇਂ ਸੀਟ ਕੋਈ ਵੀ ਹੈ, ਕਿਉਂਕਿ ਮੈਂ ਅੰਮ੍ਰਿਤਸਰ ਪਰਿਵਾਰ ਦਾ ਮੈਂਬਰ ਹਾਂ, ਠੀਕ ਹੈ, ਤਾਂ ਉਹ ਤਾਂ ਲੜਨਗੇ, ਉਹ ਲੜਨਗੇ। ਮੇਰੀ ਜ਼ਿੰਮੇਵਾਰੀ ਇਸ ਵੇਲੇ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਦੇ ਨਾਲ ਬਣਾਉਣੀ ਹੈ। ਤੇ ਜਿਹੜੇ ਲੀਡਰ ਨੇ ਸਾਡੇ ਸੀਨੀਅਰ ਲੀਡਰ, ਜੋ ਪੰਜਾਬ ਲੈਵਲ ਦੇ ਲੀਡਰ ਸਾਹਿਬਾਨ ਨੇ, ਜੋ ਨੈਸ਼ਨਲ ਲੈਵਲ ਦੇ ਲੀਡਰ ਸਾਹਿਬਾਨ ਨੇ, ਉਹਨਾਂ ਦੇ ਨਾਲ ਇੱਕ ਤਾਲਮੇਲ ਕਰਕੇ ਇੱਕ ਸਟ੍ਰੈਟਜੀ ਬਣਾ ਕੇ ਅਸੀਂ ਪੰਜਾਬ ਦੇ ਵਿੱਚ ਮਤਲਬ ਅਸੀਂ ਚਾਹੁੰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਕੈਂਪੇਨਿੰਗ ਹੋਵੇ। ਕੁੰਵਰ ਵਿਜੇ ਪ੍ਰਤਾਪ ਦਾ ਏਜੰਡਾ ਕੀ ਹੋਵੇਗਾ? ਮੇਰੀ ਗੱਲ ਪੂਰੀ ਹੋ ਲੈਣ ਦਿਓ। ਸਾਡੀ ਜੋ ਕੈਂਪੇਨਿੰਗ ਹੋਗੀ ਬਹੁਤ ਹੀ ਲੋ ਪ੍ਰੋਫਾਈਲ ਹੋਗੀ। ਕਿਉਂ? ਦੂਸਰੀਆਂ ਪਾਰਟੀਆਂ ਦੇ ਕੋਲ ਤੁਸੀਂ ਦੇਖੋਗੇ ਹੈਲੀਕਾਪਟਰ, ਐਰੋਪਲੇਨ, ਇਹ ਸਾਰਾ ਕੁਝ ਹੁੰਦਾ ਹੈ। ਸਾਡੀ ਨਵੀਂ ਪਾਰਟੀ ਹੈ, ਸਾਡੇ ਕੋਲ ਪੈਸਾ ਨਹੀਂ ਹੈ, ਤੇ ਸਾਡੀ ਜੋ ਕੈਂਪੇਨਿੰਗ ਹੋਗੀ ਨਾ ਉਹ ਬਹੁਤ ਲੋ ਪ੍ਰੋਫਾਈਲ ਹੋਗੀ, ਤੇ ਆਮ ਜਨਤਾ ਉਹਦੇ ਵਿੱਚ ਜ਼ਿਆਦਾ ਰੋਲ ਪਲੇ ਕਰੇਗੀ। ਆਮ ਜਨਤਾ ਦਾ ਰੋਲ ਬਹੁਤ ਜ਼ਿਆਦਾ ਹੋਗਾ। ਅਸੀਂ ਮਤਲਬ ਆਪਣੇ ਤੌਰ ਤੇ ਦੇਖੋ ਸਾਡੇ ਕੋਲ ਰਿਸੋਰਸਿਸ ਦੀ ਕਾਫੀ ਕਮੀ ਹੈ, ਲੇਕਿਨ ਇਸ ਇਲੈਕਸ਼ਨ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ, ਕਿਉਂਕਿ ਆਮ ਜਨਤਾ ਜੋ ਚਾਹੁੰਦੀ ਹੈ, 74 ਸਾਲ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਏ। ਦੇਖੋ ਜਨਤਾ ਦਾ ਜੀਵਨ ਸਤਰ ਥੱਲੇ ਜਾ ਰਿਹਾ ਹੈ। ਪੋਲੀਟੀਸ਼ੀਅਨਾਂ ਦਾ ਤੁਸੀਂ ਦੇਖੋ, ਗਲੋਬਲਾਈਜੇਸ਼ਨ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ ਤੇ ਹਿੰਦੁਸਤਾਨ ਦੇ ਪੋਲੀਟੀਸ਼ੀਅਨਸ ਨੂੰ ਹੋਇਆ ਹੈ। ਤੇ ਇਸ ਕਰਕੇ ਦੇਖੋ ਹੁਣ ਜਨਤਾ ਤਿਆਰ ਬੈਠੀ ਹੈ, ਇੱਕ ਕ੍ਰਾਂਤੀ ਆ ਰਹੀ ਹੈ। ਇਹ ਕ੍ਰਾਂਤੀ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਆ ਰਹੀ ਹੈ, ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ। ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਕ੍ਰਾਂਤੀ ਦੀ ਸ਼ੁਰੂਆਤ ਪੰਜਾਬ ਤੋਂ ਹੋਗੀ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਾਏਗੀ, ਤੇ ਪੂਰੇ ਹਿੰਦੁਸਤਾਨ ਦੇ ਵਿੱਚ ਆਮ ਜਨਤਾ ਦੀ ਸਰਕਾਰ ਹੋਗੀ, ਆਮ ਆਦਮੀ ਪਾਰਟੀ ਦੀ ਸਰਕਾਰ ਹੋਗੀ। ਇਹ ਤੁਸੀਂ ਦੇਖ ਲੈਣਾ ਆਉਣ ਵਾਲੇ ਸਮਾਂ ਦੇ ਵਿੱਚ ਇਹ ਹੋਣਾ ਹੈ, ਕਿਉਂਕਿ ਲੁੱਟ ਖਸੋਟ ਦਾ ਜ਼ਮਾਨਾ ਬੀਤ ਗਿਆ। ਜਨਤਾ ਨੇ ਦੇਖ ਲਿਆ 74 ਸਾਲ ਪੂਰੇ ਹੋ ਗਏ। ਡਿਵਾਈਡ ਐਂਡ ਰੂਲ, ਡਿਵੈਲਪਮੈਂਟ ਦੇ ਨਾਂ ਤੇ ਠੱਗੀ, ਕਰਪਸ਼ਨ। ਦੇਖੋ ਸਭ ਤੋਂ ਮਾੜੀ ਗੱਲ ਇਹ ਲੱਗਦੀ ਹੈ ਨਾ ਕਿ ਬਰਥ ਸਰਟੀਫਿਕੇਟ ਵਾਸਤੇ ਵੀ 5000 ਰੁਪਇਆ ਦੇਣਾ ਪੈਂਦਾ ਹੈ, ਕਿਸੇ ਵੀ ਜ਼ਿਲ੍ਹੇ ਦੇ ਵਿੱਚ ਚਲੇ ਜਾਓ। ਉਸ ਤੋਂ ਵੀ ਦੁੱਖ ਦੀ ਗੱਲ ਹੈ ਨਾ, ਕਿਸੇ ਦਾ ਡੈਥ ਹੁੰਦਾ ਹੈ ਤਾਂ ਡੈਥ ਸਰਟੀਫਿਕੇਟ ਵਾਸਤੇ ਵੀ 5000 ਰੁਪਇਆ ਦੇਣਾ ਪੈਂਦਾ ਹੈ। 74 ਸਾਲ ਹੋ ਗਏ। ਡਾਕਟਰ ਭੀਮਰਾਓ ਅੰਬੇਡਕਰ ਨੇ, ਡਾਕਟਰ ਰਾਜਿੰਦਰ ਪ੍ਰਸਾਦ ਨੇ ਜਦੋਂ ਇਹ ਸੰਵਿਧਾਨ ਉਹ ਬਣਾਏ ਸੀਗੇ, ਤੇ ਕੀ ਉਹਨਾਂ ਨੇ ਸੋਚਿਆ ਸੀ ਕਿ ਇਸ ਮੁਲਕ ਦੇ ਵਿੱਚ ਇਸੇ ਸੰਵਿਧਾਨ ਦੇ ਤਹਿਤ ਚੁਣੀ ਹੋਈ ਸਰਕਾਰ ਹੋਏਗੀ ਤੇ 5-5000 ਰੁਪਏ ਬਰਥ ਸਰਟੀਫਿਕੇਟ ਤੇ ਡੈਥ ਸਰਟੀਫਿਕੇਟ ਵਾਸਤੇ ਦੇਣੇ ਪੈਣਗੇ? ਤੇ ਹੁਣ ਜਨਤਾ ਜਾਗਰੂਕ ਹੋ ਗਈ, ਹੁਣ ਜਨਤਾ ਆਪਣਾ ਹੱਕ ਮੰਗ ਰਹੀ ਹੈ। ਤੇ ਇਹ ਆਜ਼ਾਦੀ ਦੀ ਜੋ ਇੱਕ ਅਸਲੀ ਆਜ਼ਾਦੀ ਦੀ ਜੰਗ ਹੈ, ਉਹ ਆਜ਼ਾਦੀ ਅੰਗਰੇਜ਼ਾਂ ਦੇ ਖਿਲਾਫ ਸੀਗੀ। ਇਹ ਆਜ਼ਾਦੀ ਜੋ ਆਪਣੇ ਬਣ ਕੇ ਲੁੱਟ ਰਹੇ ਨੇ, ਆਮ ਜਨਤਾ ਨੂੰ ਮੂਰਖ ਬਣਾ ਕੇ ਲੁੱਟ ਰਹੇ ਨੇ, ਇਹ ਆਜ਼ਾਦੀ ਉਹਨਾਂ ਦੇ ਖਿਲਾਫ ਹੋ ਗਈ। ਤੇ ਇਹ ਆਖਰੀ ਜੰਗ ਹੈ ਜੀ ਜੋ ਪੰਜਾਬ ਤੋਂ ਸ਼ੁਰੂ ਹੋ ਰਹੀ ਹੈ। ਇਸ ਕਰਕੇ ਜਨਤਾ ਪੂਰੇ ਤਰੀਕੇ ਦੇ ਨਾਲ ਤਿਆਰ ਹੈ। ਜਨਤਾ ਇਹ ਲੜਾਈ ਲੜੇਗੀ, ਲੜਾਈ ਜਿੱਤੇਗੀ। ਅਸੀਂ ਤਾਂ ਇੱਕ ਮਾਧਿਅਮ ਹਾਂ ਉਹਦੇ ਵਿੱਚ, ਅਸੀਂ ਇੱਕ ਮਾਧਿਅਮ ਹਾਂ, ਠੀਕ ਹੈ। ਅਸੀਂ ਲੜਾਈ ਲੜਨ ਵਾਸਤੇ ਕਿਸੇ ਨੇ ਕਿਸੇ ਨੂੰ ਆਗੇ ਜਾਣਾ ਪੈਂਦਾ ਹੈ, ਤਾਂ ਆਮ ਆਦਮੀ ਪਾਰਟੀ ਆਗੇ ਆ ਗਈ ਹੈ ਇਸ ਲੜਾਈ ਨੂੰ ਲੜਨ ਵਾਸਤੇ। ਤੇ ਇਹ ਜੰਗ ਜਨਤਾ ਲੜੇਗੀ, ਜਨਤਾ ਜਿੱਤੇਗੀ। ਬਹੁਤ ਧੰਨਵਾਦ ਕੁੰਵਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੁਣ ਇਹਨਾਂ ਦਾ ਦਾਅਵਾ ਹੈਗਾ ਕਿ ਦੇਸ਼ ਦੇ ਸਭ ਤੋਂ ਵੱਡੇ ਚੋਣ ਰਣਨੀਤੀਕਾਰ
ਪ੍ਰਸ਼ਾਂਤ ਕਿਸ਼ੋਰ ਦਾ ਉਹਨਾਂ ਨੇ ਨਾਮ ਨਹੀਂ ਲਿਆ। ਉਹ ਕਹਿੰਦੇ ਨੇ ਉਹਨਾਂ ਦੀ ਵੀ ਭੂਮਿਕਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਰਲ ਕੇ ਚੋਣ ਲੜਵਾਉਣ ਦੇ ਵਿੱਚ, ਤੇ ਜਿਸ ਦੌਰਾਨ ਜਿਹੜੀ ਹੈ ਉਹ ਚਰਚਾ ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਵੀ ਹੋਈ ਆ, ਬਹਿਬਲ ਕਲਾਂ ਗੋਲੀकांड ਦੀ ਰਿਪੋਰਟ ਨੂੰ ਲੈ ਕੇ ਵੀ ਹੋਈ ਹੈ। ਦਾਅਵਾ ਕਰ ਰਹੇ ਨੇ ਕਿ ਆਉਂਦੇ ਸਮੇਂ ਦੇ ਵਿੱਚ ਤੱਥਾਂ ਦੇ ਆਧਾਰ ਤੇ ਇਹ ਗੱਲ ਰੱਖਣਗੇ, ਪਰ ਹਾਲ ਦੀ ਘੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਹ ਵੱਡਾ ਐਲੀਗੇਸ਼ਨ ਹੈਗਾ ਕਿ ਇਸ ਸਭ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਚੋਣ ਰਣਨੀਤੀਕਾਰ ਦੀ ਵੀ ਇੱਕ ਭੂਮਿਕਾ ਰਹੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।